ਅੱਜ ਦਾ ਜਿਹੜਾ KMP ਰੋਡ ਬਲੌਕ ਕੀਤਾ ਗਿਆ ਹੈ ਤੇ ਇੱਕ ਬੜੇ ਐਲੀਗੇਸ਼ਨ ਲੱਗੇ ਇਹਨਾਂ ਲੋਕਾਂ ਦੇ ਉੱਤੇ। ਪੰਜਾਬ ਦੇ ਲੋਕਾਂ ਨੂੰ ਇਹ ਸਮਝਣਾ ਪਊਗਾ ਖਾਸ ਤੌਰ ਤੇ, ਕਿਉਂਕਿ ਅਸੀਂ ਮੋਹਰੀ ਸੀਗੇ। ਅਸੀਂ ਹਮੇਸ਼ਾ ਪਹਿਲੇ ਦਿਨ ਤੋਂ ਕਹਿ ਰਹੇ ਸੀਗੇ ਬਾਕੀ ਸੂਬਿਆਂ ਵਾਲੇ ਕਿ ਲੜਾਈ ਪੂਰੇ ਦੇਸ਼ ਦੀ ਹੈ ਪਰ ਮੂਰੇ ਪੰਜਾਬ ਲੱਗਿਆ ਹੋਇਆ ਹੈ। ਸੋ ਮੈਨੂੰ ਲੱਗਦਾ KMPL ਦਾ ਅੱਜ ਜੋ ਰਿਹਾ ਹੈ ਇਹ ਬਹੁਤ ਅੱਛਾ ਔਰ ਇੱਕ ਪੋਜ਼ਿਟਿਵ ਸਾਈਨ ਦੇਊਗਾ। ਇੱਕ ਮੇਰੀ ਵੀਡੀਓ ਵੀ ਉਦੋਂ ਲੋਕਾਂ ਤੱਕ ਪਹੁੰਚੀ ਜਿੱਥੇ ਪੁਲਿਸ ਵਾਲੇ ਤੋਂ ਚਾਬੀਆਂ ਮੰਗ ਰਹੇ ਸੀਗੇ, ਟਰੱਕਾਂ ਦੀਆਂ ਚਾਬੀਆਂ ਦਿਓ ਤੁਸੀਂ, ਚਾਬੀਆਂ ਉਹਨਾਂ ਨੇ, ਤਾਂ ਉੱਥੇ ਜਾ ਕੇ ਮਹਿਸੂਸ ਹੋ ਰਿਹਾ ਸੀ ਵੀ ਬਸ ਹੁਣ ਇਦੋਂ ਗਾਂਹ ਨਹੀਂ ਜਾਇਆ ਜਾ ਸਕਦਾ। ਵੱਡੇ ਵੱਡੇ ਐਂਕਰ ਜਿਹੜੇ ਇੱਕ ਭੈਣ ਜੀ ਬਹੁਤ ਰੌਲਾ ਪਾਉਂਦੇ ਆ, ਜਿਹੜੇ ਰਾਤ ਨੂੰ ਆ ਕੇ ਇੱਕ ਸ਼ੋਅ ਕਰਦੇ ਆ, ਉਹ ਆਪ ਪਹੁੰਚ ਗਏ ਉੱਥੇ, ਅੱਗੇ ਨਹੀਂ ਗਏ। ਉਹ ਇਸ ਤੋਂ ਪਹਿਲਾਂ ਉਹ ਕਦੇ ਨਹੀਂ ਗਈ। ਚਾਹੇ ਨੈਗੇਟਿਵ ਕਰਨੀ ਆ ਜਾਂਦੀ, ਇੱਕ ਦਿਨ ਆ ਜਾਂਦੀ ਉੱਥੇ, ਤੇ ਉਹਨੂੰ ਮਾਈਕ ਆਪਦੇ ਬੰਦ ਕਰਨ ਤੋਂ ਬਾਅਦ ਅਸਲ ਤਸਵੀਰ ਸਮਝ ਆ ਜਾਣੀ ਸੀਗੀ ਕਿ ਜਿਨ੍ਹਾਂ ਦੇ ਖਿਲਾਫ ਬੋਲੀਆਂ ਬਾਅਦ ਚੋਂ ਬਿਠਾ ਕੇ ਲੰਗਰ ਵੀ ਖਵਾਉਂਦੇ ਆ, ਤੁਹਾਨੂੰ ਮੁਹੱਬਤ ਵੀ ਦਿੰਦੇ ਆ। RSS ਦਾ ਇੱਕ ਏਜੰਟ ਪਾ ਦਿੱਤਾ ਗਿਆ, ਉਹ ਅਸੀਂ ਫੜਿਆ, ਉਹ ਬਹੁਤ ਵਾਇਰਲ ਹੋਇਆ, ਜਿਹਨੇ ਮੰਨਿਆ ਕਿ ਮੈਨੂੰ ਟ੍ਰੇਨਿੰਗ ਦਿੱਤੀ ਗਈ, ਇੱਥੇ ਆ ਕੇ ਮੈਂ ਕਾਗਜ਼ ਫੜਾਉਣੇ ਸੀ। ਕਿੰਨੇ ਬੰਦੇ ਚੋਰੀਆਂ ਕਰਨ ਵਾਲੇ ਫੜੇ ਗਏ, ਉਹਨਾਂ ਨੂੰ ਛੱਡ ਦਿੱਤਾ ਗਿਆ। ਕਿਸੇ ਨਾਲ ਕਦੇ ਬਦਤਮੀਜ਼ੀ ਨਹੀਂ। ਪੱਤਰਕਾਰੀ ਦੇ ਐਥਿਕਸ ਨੂੰ ਬਹੁਤ ਵਾਰੀ ਇਸ ਕਰਕੇ ਕੰਪਰੋਮਾਈਜ਼ ਕੀਤਾ ਕਿ ਸੰਘਰਸ਼ ਨਾ ਕਿਤੇ ਖਰਾਬ ਹੋ ਜੇ। ਬਹੁਤ ਵਾਰੀ ਇਸ ਤਰ੍ਹਾਂ ਹੋਇਆ ਕਿ ਸਵਾਲ ਕਰਨੇ ਬਣਦੇ ਸੀ ਪਰ ਸਵਾਲ ਨਹੀਂ ਕੀਤੇ। ਬਹੁਤ ਆਗੂਆਂ ਨੂੰ ਵੀ ਔਰ ਨੌਜਵਾਨਾਂ ਨੂੰ ਵੀ। ਸੰਘਰਸ਼ ਸਭ ਤੋਂ ਉੱਤੇ ਹੈ, ਹੋਰ ਕੋਈ ਨਹੀਂਗਾ। ਨਾ ਲੱਖਾ, ਨਾ ਦੀਪ, ਨਾ ਰਾਜੇਵਾਲ ਸਾਹਿਬ, ਨਾ ਡੱਲੇਵਾਲ ਸਾਹਿਬ। ਸੰਘਰਸ਼ ਵੱਡਾ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਔਨ 에ਅਰ ਤੇ ਮੈਂ ਹਾਂ ਰਮਨ ਤੂਰ। ਕਿਸਾਨੀ ਮੋਰਚੇ ਨੂੰ ਅੱਜ 100 ਦਿਨ ਪੂਰੇ ਹੋ ਚੁੱਕੇ ਨੇ ਤੇ ਅੱਜ ਕਿਸਾਨਾਂ ਨੇ KMP ਰੋਡ ਬਲੌਕ ਕਰਕੇ ਆਪਣਾ ਜਿਹੜਾ ਰੋਸ ਮੁਜ਼ਾਹਰਾ ਸਾਬਿਤ ਕੀਤਾ ਔਰ ਕਿਹਾ ਕਿ ਅਸੀਂ ਅੱਜ ਕਾਲੇ ਝੰਡੇ, ਕਾਲੀਆਂ ਪੱਗਾਂ ਔਰ ਕਾਲੀਆਂ ਜਿਹੜੀਆਂ 50 ਦੇ ਨਾਲ ਆਪਣਾ ਰੋਸ ਪੇਸ਼ ਕਰਾਂਗੇ। ਸਰਕਾਰ ਨੂੰ ਬਾਰ-ਬਾਰ ਆਪਣੀ ਗੱਲ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਔਰ ਇਹ ਵੀ ਸਾਬਿਤ ਕਰ ਰਹੇ ਨੇ ਕਿ ਇਹ ਕਿਸਾਨੀ ਮੋਰਚਾ ਜਿਹੜਾ ਸ਼ਾਂਤੀਪੂਰਵਕ ਬੈਠਾ ਹੋਇਆ ਦਿੱਲੀ ਦੀਆਂ ਸੜਕਾਂ ਉੱਤੇ, ਤੇ ਅੱਜ ਵੀ ਇਹੀ ਸਾਬਿਤ ਕੀਤਾ ਜਿਹੜਾ ਅੱਜ KMP ਰੋਡ ਦੇ ਉੱਤੇ ਜਾਮ ਲੱਗਿਆ ਸੀ। ਸਾਡੇ ਨਾਲ ਅੱਜ ਸਿਮਰਨਜੋਤ ਸਿੰਘ ਮੱਕੜ ਜੀ ਮੌਜੂਦ ਨੇ। ਲਗਾਤਾਰ ਪਹਿਲੇ ਦਿਨ ਤੋਂ ਜਦੋਂ ਤੋਂ ਪੰਜਾਬ ਦੇ ਵਿਹੜੇ ਦੇ ਵਿੱਚ ਇਹ ਜਿਹੜਾ ਕਿਸਾਨੀ ਅੰਦੋਲਨ ਸ਼ੁਰੂ ਹੋ ਚੁੱਕਿਆ ਸੀ ਛੋਟੇ ਪੱਧਰ ਤੇ ਉੱਤੇ, ਤੇ ਅੱਜ ਦਿੱਲੀ ਦੀਆਂ ਬਰੂਹਾਂ ਉੱਤੇ ਬੈਠੇ ਹੋਏ ਨੂੰ ਵੀ 100 ਦਿਨ ਪੂਰੇ ਹੋ ਚੁੱਕੇ ਨੇ। ਉਹਨਾਂ ਨਾਲ ਗੱਲਬਾਤ ਕਰਕੇ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਦੀ ਜਿਹੜੀ ਆ ਪੂਰੀ ਦੀ ਪੂਰੀ ਪ੍ਰਕਿਰਿਆ ਸਮਝਦੇ ਹਾਂ ਕਿ ਕਿਸ ਤਰੀਕੇ ਨਾਲ ਇਹ ਅੰਦੋਲਨ ਜਿਹੜਾ ਇੰਨਾ ਵੱਡਾ ਅੰਦੋਲਨ ਬਣ ਗਿਆ ਕਿ ਪੂਰੇ ਸੰਸਾਰ ਭਰ ਦੇ ਵਿੱਚ ਇਹਦੀ ਚਰਚਾ ਹੈ। ਸਿਮਰਨਜੋਤ ਜੀ, ਬਹੁਤ-ਬਹੁਤ ਸਵਾਗਤ ਤੇ ਸਤਿ ਸ਼੍ਰੀ ਅਕਾਲ। ਬਹੁਤ ਧੰਨਵਾਦ ਰਮਨ, ਸ਼ੁਕਰੀਆ। ਇਸ ਤੋਂ ਪਹਿਲਾਂ ਕਿ ਅਸੀਂ ਇਹਦੇ ਪਿੱਛੇ ਵੱਲ ਨੂੰ ਜਾਈਏ, ਅੱਜ ਦਾ ਜਿਹੜਾ KMP ਰੋਡ ਬਲੌਕ ਕੀਤਾ ਗਿਆ ਹੈ ਤੇ ਇੱਕ ਬੜੇ ਐਲੀਗੇਸ਼ਨ ਲੱਗੇ ਇਹਨਾਂ ਲੋਕਾਂ ਦੇ ਉੱਤੇ ਕਿ ਇਹ ਲੋਕ ਸ਼ਾਇਦ ਬਹੁਤ ਵੱਡੀ ਦੁਰਘਟਨਾ ਨੂੰ ਅੰਜਾਮ ਦੇ ਸਕਦੇ ਜਾਂ ਬਹੁਤ ਕੁਝ ਅਜਿਹਾ ਕਰ ਸਕਦੇ ਆ। ਅੱਜ ਫਿਰ ਸਾਬਤ ਕਰ ਦਿੱਤਾ ਔਰ ਬੜੀ ਸਫਲਤਾ ਨਾਲ ਸਾਬਤ ਕੀਤਾ ਕਿ ਸ਼ਾਂਤੀਪੂਰਵਕ ਜਿਹੜੇ ਆ ਛੋਟੀਆਂ ਤੋਂ ਛੋਟੀਆਂ ਤੇ ਵੱਡੀਆਂ ਤੋਂ ਵੱਡੀਆਂ ਗਤੀਵਿਧੀਆਂ ਕਰ ਸਕਦੇ। ਅੱਜ ਦੇ KMP ਰੋਡ ਨੂੰ ਬਲੌਕ ਕਰਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਇੱਕ ਤਾਂ ਸਭ ਤੋਂ ਵੱਡਾ ਪੋਜ਼ਿਟਿਵ ਅੱਜ ਦਾ ਇਹ ਆਇਆ ਰਮਨ ਕਿ ਜੋ ਲਗਾਤਾਰ ਬਹੁਤ ਸਾਰੇ ਲੋਕ ਪਿੱਛੇ ਬੈਠ ਕੇ, ਕਿਉਂਕਿ ਹੁਣ ਥੋੜੀ ਜਿਹੀ ਉਸ ਪੱਧਰ ਦੀ ਕਵਰੇਜ ਵੀ ਨਹੀਂ ਹੋ ਰਹੀ ਜੀ, ਉਹਦਾ ਕਾਰਨ ਹੋਰ ਹੈ ਕੁਝ ਕਿ ਉਹ ਆਪਾਂ ਬਾਅਦ ਚ ਡਿਸਕਸ ਕਰਦੇ ਹਾਂ ਕਿ ਉਸ ਪੱਧਰ ਦੀ ਹੁਣ ਕਵਰੇਜ ਕਿਉਂ ਨਹੀਂ ਹੋ ਰਹੀ ਮੀਡੀਆ ਦੀ। ਕਿਉਂਕਿ ਅਸੀਂ ਕੱਲੀ ਟਰਾਲੀ ਦਿਖਾਤੀ, ਬਿਲਕੁਲ ਕੱਲੀ ਚੀਜ਼, ਕਿਉਂਕਿ ਪੰਜਾਬ ਦੇ ਮੀਡੀਆ ਨੇ ਛੱਡਿਆ ਹੀ ਕੁਝ ਨਹੀਂ ਜੀ। ਤਾਂ ਹੁਣ ਜਦੋਂ ਤੱਕ ਨਵੀਆਂ ਚੀਜ਼ਾਂ ਨਹੀਂ ਹੁੰਦੀਆਂ ਤਾਂ ਫਿਰ ਥੋੜੀ ਬੋਰੀਅਤ ਆਉਣ ਲੱਗ ਜਾਂਦੀ ਹੈ ਜੀ। ਤਾਂ ਹੋਇਆ ਇਹ ਕਿ ਜਦੋਂ ਅੱਜ ਅਸੀਂ ਦੇਖਿਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਦੁਬਾਰਾ ਟਰੈਕਟਰ ਪਹੁੰਚੇ ਜੀ, ਇਕੱਠ ਜਿਹੜਾ ਸੀਗਾ ਉਹ ਕਮਾਲ ਦਾ ਇਕੱਠ ਹੋਇਆ। ਬਿਲਕੁਲ ਸਭ ਤੋਂ ਖੂਬਸੂਰਤ ਗੱਲ ਮੈਨੂੰ ਅੱਜ ਇਹ ਲੱਗੀ ਕਿ ਨੌਜਵਾਨਾਂ ਦੀ ਗਿਣਤੀ ਵੀ ਅੱਜ ਬਹੁਤ ਵੱਡੀ ਸੀ ਉੱਥੇ ਜੀ। ਸਾਡੇ ਪੱਤਰਕਾਰ ਸਨਮ ਜਦੋਂ ਕਵਰ ਕਰ ਰਹੇ ਸੀ, ਤੁਸੀਂ ਸਵੇਰ ਵਾਲਾ ਸ਼ੋਅ ਜਦੋਂ ਕਰ ਰਹੇ ਸੀ, ਤਾਂ ਇਹ ਦੇਖ ਕੇ ਤਸੱਲੀ ਇਸ ਗੱਲ ਦੀ ਹੋ ਰਹੀ ਸੀ ਕਿ ਵਾਰ-ਵਾਰ ਇਹ ਕਿਹਾ ਜਾ ਰਿਹਾ ਕਿ ਉੱਥੋਂ ਹੁਣ ਖਾਲੀ ਹੋ ਗਿਆ, ਨੌਜਵਾਨ ਨਹੀਂ ਰਿਹਾ। ਔਰ ਥੋੜੇ ਦਿਨ ਪਹਿਲਾਂ ਤੁਸੀਂ ਵੀ ਇੱਕ ਮੇਰੇ ਖਿਆਲ ਬਾਈਕ ਦੇ ਉੱਤੇ ਮੀਟਰ ਲਾ ਕੇ ਬਕਾਇਦਾ ਖਬਰ ਕੀਤੀ ਔਰ ਦਿਖਾਇਆ ਕਿ ਕਿੰਨੇ ਕਿਲੋਮੀਟਰ ਦਾ। ਅੱਜ ਉਸੇ ਤਰ੍ਹਾਂ ਹੀ ਲੋਕ ਬੈਠੇ ਆ। ਸੋ ਅਫਵਾਹਾਂ ਜਾਂ ਇਹਨਾਂ ਗੱਲਾਂ ਤੇ ਯਕੀਨ ਨਾ ਕੀਤਾ ਜਾਵੇ। ਜਿਹੜਾ ਇਹ IT ਸੈੱਲ ਵਿਰੋਧੀਆਂ ਦਾ ਕੰਮ ਕਰਦਾ ਹੈ ਨਾ, ਉਹ ਵਾਰ-ਵਾਰ ਵੱਖੋ ਵੱਖਰੀਆਂ ਆਈਡੀਆਂ ਬਣਾ ਕੇ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ। ਸੋ ਅੱਜ ਉਹ ਨੈਰੇਟਿਵ ਜਿਹੜਾ ਸੀ, ਏਜੰਡਾ ਸੀਗਾ, ਉਹ ਬਿਲਕੁਲ ਜ਼ੀਰੋ ਹੋ ਗਿਆ। ਅੱਜ ਦੁਬਾਰਾ ਹਰੇਕ ਪੰਜਾਬੀ ਨੂੰ ਉਹ ਆਸ ਜਾਗ ਗਈ ਕਿ ਸਾਡਾ ਸੰਘਰਸ਼ ਉਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਹੈ। ਔਰ ਜਿੱਥੋਂ ਤੱਕ 100 ਦਿਨਾਂ ਦੀ ਗੱਲ ਤੁਸੀਂ ਪਹਿਲਾਂ ਕਰ ਰਹੇ ਸੀਗੇ ਜੀ, KMPL ਅੱਜ ਦੁਬਾਰਾ ਜਦੋਂ ਇਹ ਕਾਲ ਦਿੱਤੀ ਔਰ 100 ਦਿਨ ਜਦੋਂ ਹੋਏ ਤਾਂ ਮੈਂ
ਵਾਰ-ਵਾਰ ਕੱਲ ਬੈਠਾ ਇਹ ਸੋਚ ਰਿਹਾ ਸੀਗਾ ਕਿ 26 ਜਨਵਰੀ ਦੀ ਘਟਨਾ ਤੋਂ ਬਾਅਦ ਆਗੂਆਂ ਵਾਸਤੇ ਵੀ ਕਾਲਸ ਦੇਣੀਆਂ ਉਨੀਆਂ ਸੌਖੀਆਂ ਨਹੀਂ ਰਹੀਆਂ ਕਿ ਚੀਜ਼ਾਂ ਉਸ ਤਰ੍ਹਾਂ ਦੀਆਂ ਰਹਿਣ ਭਾਵੇਂ ਨਾ ਰਹਿਣ। ਪਰ ਅੱਜ ਬਹੁਤ ਵੱਡੀ ਸਕਸੈਸ, ਬਹੁਤ ਕਮਾਲ, ਔਰ ਪੰਜਾਬ ਦੇ ਲੋਕਾਂ ਨੂੰ ਇਹ ਸਮਝਣਾ ਪਊਗਾ ਖਾਸ ਤੌਰ ਤੇ, ਕਿਉਂਕਿ ਅਸੀਂ ਮੋਹਰੀ ਸੀਗੇ। ਅਸੀਂ ਹਮੇਸ਼ਾ ਪਹਿਲੇ ਦਿਨ ਤੋਂ ਕਹਿ ਰਹੇ ਸੀਗੇ ਬਾਕੀ ਸੂਬਿਆਂ ਵਾਲੇ ਕਿ ਲੜਾਈ ਪੂਰੇ ਦੇਸ਼ ਦੀ ਹੈ ਪਰ ਮੂਰੇ ਪੰਜਾਬ ਲੱਗਿਆ ਹੋਇਆ ਹੈ। ਬਿਲਕੁਲ। ਤਾਂ ਇਹ ਤੁਹਾਨੂੰ ਸਮਝਣਾ ਪਊਗਾ ਕਿ ਸਾਡੇ ਸਿਰ ਤੇ ਦੇਸ਼ ਦੀ ਇੱਕ ਜ਼ਿੰਮੇਵਾਰੀ ਹੈ। ਅਸੀਂ ਇਸ ਜ਼ਿੰਮੇਵਾਰੀ ਤੋਂ ਨਾ ਤਾਂ ਭੱਜ ਸਕਦੇ ਹਾਂ ਤੇ ਨਾ ਹੀ ਅਸੀਂ ਕੋਈ ਇਹੋ ਜਿਹਾ ਫੈਸਲਾ ਲੈ ਸਕਦੇ ਹਾਂ ਕਿ ਜਿਹਦੇ ਨਾਲ ਕੋਈ ਸੰਘਰਸ਼ ਨੂੰ ਕਮਜ਼ੋਰ ਹੋਵੇ ਜਾਂ ਢਾਹ ਲੱਗੇ। ਸੋ ਮੈਨੂੰ ਲੱਗਦਾ ਕਿ ਅੱਜ ਦੁਬਾਰਾ ਜਾਨ ਜਿਹੜੀ ਰਹਿੰਦੀ ਮਾੜੀ ਮੋਟੀ ਕੋਈ ਲੱਗਦੀ ਸੀ ਕਸਰ ਸੀ, ਉਹ ਜਾਨ ਫੂਕਤੀ ਔਰ ਹੁਣ ਹੋਰ ਚੜ੍ਹਦੀ ਕਲਾ ਦੇਖੋਗੇ ਤੁਸੀਂ, ਕਿਉਂਕਿ ਸਬਰ ਤੇ ਸੰਤੋਖ ਦੀ ਜਿਹੜੀ ਇਹ ਲੜਾਈ ਹੈ, ਜੇ ਸਿਆਲਾਂ 'ਚ ਦਸੰਬਰ ਦਾ ਪੋਹ ਦਾ ਮਹੀਨਾ ਸਾਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੇ ਦਸਮ ਪਿਤਾ ਦੇ ਪਰਿਵਾਰ ਵਿਛੋੜੇ ਦੀ ਦਾਸਤਾਨ ਸਾਨੂੰ ਬਲ ਵੀ ਦਿੰਦੀ ਸੀ, ਵਿਰਾਗ ਵੀ ਦਿੰਦੀ ਸੀ ਤੇ ਜੋਸ਼ ਵੀ ਦਿੱਤਾ ਉਹਨਾਂ ਰਾਤਾਂ ਨੂੰ। ਤੇ ਫਿਰ ਇਹ ਨਾ ਭੁੱਲੀਏ ਕਿ ਸਾਨੂੰ ਲਾਹੌਰ ਦੇ ਵਿੱਚ ਜਿਹੜੇ ਸਾਡੇ ਪੰਚਮ ਪਾਤਸ਼ਾਹ ਨੇ ਸ਼ਹਾਦਤ ਦੇ ਕੇ ਪੂਰੀ ਦੁਨੀਆ 'ਚ ਦੱਸਿਆ ਵੀ ਸ਼ਹਾਦਤ ਕਿਹਨੂੰ ਕਹਿੰਦੇ ਆ। ਕਿਉਂਕਿ ਜਿਹੜਾ ਇਹ ਸੀ ਨਾ ਕਿ ਸ਼ਹੀਦੀ ਇਹ ਨਹੀਂ ਹੁੰਦੀ ਕਿ ਜਿੱਥੇ ਤੁਹਾਡੇ ਕੋਲ ਆਪਸ਼ਨ ਨਾ ਹੋਵੇ। ਤੁਹਾਡੇ ਕੋਲੇ ਆਪਸ਼ਨ ਸੀਗੀ, ਉਹ ਚੂਜ਼ ਕਰ ਸਕਦੇ ਸੀਗੇ ਵੀ ਮੈਂ ਸ਼ਹਾਦਤ ਨਹੀਂ ਦੇਣੀ ਤੇ ਮੈਂ ਹੋਰ ਚੀਜ਼ਾਂ ਜੋ ਉਹਨਾਂ ਨੂੰ ਕਹੀਆਂ ਗਈਆਂ ਮੈਂ ਆਪਟ ਕਰ ਲਾ। ਉਹਨਾਂ ਨੇ ਕਿਹਾ ਨਹੀਂ, ਸ਼ਹਾਦਤ ਮਨਜ਼ੂਰ ਹੈ। ਤਾਂ ਉਸੇ ਤਰ੍ਹਾਂ ਅਸੀਂ ਇਹ ਨਾ ਭੁੱਲੀਏ ਵੀ ਹੁਣ ਗਾਂ ਛਬੀਲਾ ਲਾਉਣ ਦੇ ਦਿਨ ਆ ਗਏ ਤਾਂ ਛਬੀਲਾਂ ਵੀ ਲਾਉਣੀਆਂ, ਤੇ ਜਦੋਂ ਰਜਾਈਆਂ ਤੇ ਗੀਜਰਾਂ ਦੇ ਦਿਨ ਸੀ ਉਦੋਂ ਅਸੀਂ ਉਹ ਵੀ ਕੰਮ ਕੀਤਾ। ਸੋ ਇਹ ਸਰਕਾਰ ਬਖੂਬੀ ਜਾਣਦੀ ਹੈ, ਸਿਰਫ ਉੱਤੋਂ ਗੱਲਾਂ ਨੇ ਕਿ ਇਹ ਜਿਹੜਾ ਇੱਕ ਨੈਰੇਟਿਵ ਦਿੱਤਾ ਜਾਂਦਾ ਹੁੰਦਾ ਹੈ ਕਿ ਹੁਣ ਤਾਂ ਸਭ ਕੁਝ ਖਤਮ ਹੋ ਗਿਆ ਜਾਂ ਇਹ ਹੋ ਗਿਆ। ਸੋ ਮੈਨੂੰ ਲੱਗਦਾ KMPL ਦਾ ਅੱਜ ਜੋ ਰਿਹਾ ਇਹ ਬਹੁਤ ਇਹ ਅੱਛਾ ਔਰ ਇੱਕ ਪੋਜ਼ਿਟਿਵ ਸਾਈਨ ਦੇਊਗਾ। ਪਿੱਛੇ ਨੂੰ ਹੁਣ ਜੇ ਜਾਈਏ, ਤੁਸੀਂ ਬਹੁਤ ਕਹਿ ਸਕਦੇ ਹੋ ਸ਼ੁਰੂਆਤੀ ਦੌਰ ਤੋਂ ਜੁੜੇ ਹੋਏ ਸੀ। ਜਦੋਂ ਪਹਿਲੇ ਦਿਨ ਬੈਠੇ ਸਾਡੇ ਬਜ਼ੁਰਗਾਂ ਨੂੰ ਇਹ ਚੀਜ਼ ਸਮਝ ਆਈ ਤੇ ਨੌਜਵਾਨ ਪੀੜ੍ਹੀ ਉਦੋਂ ਖੈਰ ਜਿਹੜੀ ਰੇਲਵੇ ਟਰੈਕਸ ਦੇ ਉੱਤੇ ਇੰਨੀ ਨਹੀਂ ਸੀ ਬੈਠੀ ਹੋਈ, ਉਦੋਂ ਜਦੋਂ ਤੁਸੀਂ ਗਏ ਕੀ ਤੁਹਾਨੂੰ ਅੰਦਾਜ਼ਾ ਸੀ ਕਿ ਇਹ ਜਿਹੜੀ ਇੱਕ ਸ਼ੁਰੂਆਤ ਇੱਕ ਛੋਟੀ ਜਿਹੀ ਪੰਜਾਬ ਤੋਂ ਹੋਈ ਹੈ, ਇਹ ਇੰਨੇ ਵੱਡੇ ਸੰਘਰਸ਼ ਤਬਦੀਲ ਹੋ ਜੂਗੀ? ਦੇਖੋ ਰਮਨ, ਅੰਦਾਜ਼ਾ ਤਾਂ ਕਿਸੇ ਨੂੰ ਵੀ ਨਹੀਂ ਸੀਗਾ ਜੀ। ਜਦੋਂ ਅਸੀਂ ਪੰਜਾਬ ਬੈਠੇ, ਪੰਜਾਬ ਵੀ ਛੱਡੋ, ਸਭ ਤੋਂ ਪਹਿਲਾਂ ਜੂਨ 'ਚ ਜਦੋਂ ਇਹ ਆਰਡੀਨੈਂਸ ਆਉਂਦੇ ਆ ਨਾ, ਬਹੁਤ ਘੱਟ ਲੋਕਾਂ ਨੂੰ ਇਹ ਪਤਾ ਹੈ ਕਿ ਪੰਜਾਬ 'ਚ ਉਦੋਂ ਬਹੁਤ ਗਤੀਵਿਧੀਆਂ ਹੋਈਆਂ ਜੀ। ਜਿਵੇਂ ਹਰਮੀਤ ਸਿੰਘ ਕਾਦੀਆਂ ਹੋਣਾ ਨੇ ਕਰੋਨਾ ਪੀਕ ਦੇ ਵਿੱਚ ਆਰਡੀਨੈਂਸ ਆਉਣ ਤੋਂ ਪਹਿਲਾਂ ਜੀ, ਕਰੋਨਾ ਦਾ ਜਦੋਂ ਮਹਾਮਾਰੀ ਦਾ ਪੀਕ ਚੱਲ ਰਿਹਾ ਸੀ, ਉਦੋਂ ਉਹਨਾਂ ਨੇ ਲੁਧਿਆਣੇ ਦੇ ਵਿੱਚ ਇੱਕ ਬਹੁਤ ਵੱਡੀ ਰੋਡ ਜਿਹੜਾ ਪ੍ਰੋਟੈਸਟ ਕੀਤਾ। ਉੱਥੇ ਉਹਨਾਂ ਨੇ ਇੱਕ ਜਿਹਨੂੰ ਕਹਿ ਲਓ ਕਿ ਰੋਡ ਸ਼ੋ ਟਾਈਪ ਉਹਨਾਂ ਨੇ ਕੱਢਿਆ ਉੱਥੋਂ ਪ੍ਰੋਟੈਸਟ ਦੇ ਤੌਰ ਤੇ। ਔਰ ਉਹ ਦੌਰ ਸੀ ਜਦੋਂ ਪਰਚੇ ਦਰਜ ਹੋ ਰਹੇ ਸੀ, ਜਦੋਂ 1 ਤੋਂ 2 ਬੰਦੇ ਮੋਟਰਸਾਈਕਲ ਤੇ ਬਹਿ ਕੇ ਨਹੀਂ ਜਾ ਸਕਦੇ ਸੀਗੇ, ਜਿਸ ਵੇਲੇ ਦੇ ਵਿੱਚ ਕਾਰਾਂ ਦੇ ਵਿੱਚ ਲੋਕਾਂ ਦਾ ਜਾਣਾ ਬਾਹਰ ਨਿਕਲਣਾ ਬਹੁਤ ਘਟਾਇਆ ਹੋਇਆ ਸੀ ਸਰਕਾਰ ਨੇ। ਫਿਰ ਉਸ ਤੋਂ ਬਾਅਦ ਮੀਟਿੰਗਸ ਦਾ ਦੌਰ ਸ਼ੁਰੂ ਹੁੰਦਾ ਹੈ। ਮੇਰੇ ਯਾਦ ਹੈ 5 ਜੂਨ ਨੂੰ ਜਦੋਂ ਪਿਛਲੇ ਸਾਲ ਇਹ ਆਰਡੀਨੈਂਸ ਆਉਂਦੇ ਆ, ਉਸ ਤੋਂ ਬਾਅਦ 10 ਤਰੀਕ ਦੇ ਨੇੜੇ ਤੇੜੇ ਬਲਬੀਰ ਸਿੰਘ ਰਾਜੇਵਾਲ ਹੋਣਾ ਦੇ ਨਾਲ ਇੱਕ ਇੰਟਰਵਿਊ ਮੈਂ ਕੀਤਾ ਸੀਗਾ ਜੀ। ਉਦੋਂ ਉਹਨਾਂ ਨੇ ਕਿਹਾ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਬੜੀ ਜਲਦ ਅਸੀਂ ਏਕਤਾ ਬਣਾ ਰਹੇ ਹਾਂ, ਕਿਸਾਨ ਏਕਤਾ ਮੋਰਚਾ ਬਣ ਰਿਹਾ। ਹੁਣ ਸੰਯੁਕਤ ਕਿਸਾਨ ਮੋਰਚਾ ਤਾਂ ਬਾਅਦ ਚ ਬਣਦਾ, ਕਿਸਾਨ ਏਕਤਾ ਮੋਰਚਾ ਬਣ ਰਿਹਾ ਹੈ। ਗੁਰਦੁਆਰਾ ਆਲਮਗੀਰ ਸਾਹਿਬ ਦੇ ਵਿੱਚ ਮੀਟਿੰਗਸ ਹੁੰਦੀਆਂ ਜੀ, ਲੁਧਿਆਣੇ ਗੁਰਦੁਆਰਾ ਆਲਮਗੀਰ ਸਾਹਿਬ ਦੇ ਵਿੱਚ ਸ਼ੁਰੂਆਤੀ ਦੌਰ ਦੇ ਵਿੱਚ ਮੀਟਿੰਗਸ ਹੁੰਦੀਆਂ। ਔਰ ਇਹ ਜਿਹੜੇ ਆਗੂ ਸੀਗੇ ਪੰਜਾਬ ਵਾਲੇ, ਪਹਿਲਾਂ ਤਕਰੀਬਨ 13 ਜਥੇਬੰਦੀਆਂ ਇਕੱਠੀਆਂ ਹੁੰਦੀਆਂ, 13 ਤੋਂ ਬਾਅਦ ਫਿਰ ਇੱਕ ਕਮੇਟੀ ਬਣਾ ਦਿੱਤੀ ਜਾਂਦੀ ਹੈ ਜਿਹਦੇ 'ਚ ਡੱਲੇਵਾਲ ਸਾਹਿਬ ਸੀਗੇ, ਰਾਜੇਵਾਲ ਸਾਹਿਬ, ਲੱਖੋਵਾਲ ਸਾਹਿਬ। ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਨਾ ਅਕਸਰ ਇਹ ਲਗਾਤਾਰ ਅਸੀਂ ਇੰਨੇ ਸਾਲਾਂ ਤੋਂ ਜਦੋਂ ਇਹਨਾਂ ਨੂੰ ਕਵਰ ਕਰਦੇ ਸੀਗੇ ਤਾਂ ਇਹਨਾਂ ਦੇ ਆਪਸੀ ਡਿਫਰੈਂਸਸ ਦੀਆਂ ਬਹੁਤ ਚਰਚਾਵਾਂ ਹੁੰਦੀਆਂ ਸੀ ਵੀ ਬਲਬੀਰ ਸਿੰਘ ਰਾਜੇਵਾਲ ਤੇ ਜਿਹੜੇ ਲੱਖੋਵਾਲ ਸਾਹਿਬ ਨੇ, ਇਹਨਾਂ ਦੇ ਡਿਫਰੈਂਸਸ ਤਾਂ ਨਹੀਂ, ਇਹ ਹੁਣ ਇੱਕ ਮੰਚ ਤੇ ਇਕੱਠੇ ਨਹੀਂ ਹੁੰਦੇ। ਬਹੁਤ ਸਾਰੀਆਂ ਐਸੀਆਂ ਇੰਟਰਵਿਊਜ਼ ਵੀ ਹੋਈਆਂ ਜਿੱਥੇ ਇਹਨਾਂ ਦੀ ਆਪਸੀ ਜਿਹੜੀ ਆਈਡੀਓਲੋਜੀਕਲ ਡਿਫਰੈਂਸਸ ਨੂੰ ਲੈ ਕੇ ਗੱਲ ਹੁੰਦੀ ਸੀਗੀ। ਤਾਂ ਬੜੇ ਚਿਰ ਬਾਅਦ ਪਹਿਲੀ ਵਾਰੀ ਉਦੋਂ ਇਹ ਹੋਇਆ ਕਿ ਸਾਰੇ ਇਕੱਠੇ ਹੋਏ। ਔਰ ਇਹ ਮੇਰੇ ਖਿਆਲ ਅਗਸਤ ਦੀ ਗੱਲ ਹੈ ਜਦੋਂ ਇਹ ਮੀਟਿੰਗਸ ਹੁੰਦੀਆਂ ਜੀ, ਜੁਲਾਈ ਜਾਂ ਅਗਸਤ ਦੀ ਗੱਲ ਹੈਗੀ ਹੈ। ਤਾਂ ਉਹ ਜਿਹੜੀ 5 ਮੈਂਬਰੀ ਇੱਕ ਫਿਰ ਕਮੇਟੀ ਬਣੀ ਜਿਹਦੇ ਚ ਸਤਨਾਮ ਸਿੰਘ ਸਾਨੀ ਸੀਗੇ, ਜਿਹੜੇ ਹੁਣ ਅੱਜ ਕੱਲ ਸਟੇਜ ਉੱਥੇ ਪਿਛਲੇ 100 ਦਿਨਾਂ ਤੋਂ ਪੂਰਾ ਸਟੇਜ ਦਾ ਦਾਰਮਦਾਰ ਉਹਨਾਂ ਨੇ, ਸਾਨੀ ਸਾਹਿਬ ਨੇ ਸੰਭਾਲਿਆ ਔਰ ਬਖੂਬੀ ਉੱਥੇ ਉਹ ਕਰਦੇ ਰਹੇ।
ਡੱਲੇਵਾਲ ਸਾਹਿਬ ਉਹਦੇ ਚ ਰਹੇ, ਹਰਮੀਤ ਸਿੰਘ ਕਾਦੀਆਂ ਯੰਗੈਸਟ ਉਹ ਸੀਗੇ ਇਸ ਪੂਰੀ ਮੈਂਬਰੀ ਕਮੇਟੀ ਦੇ। ਫਿਰ ਇਸ ਕਮੇਟੀ ਨੇ ਬਾਕੀ ਜਥੇਬੰਦੀਆਂ ਦੇ ਨਾਲ ਗੱਲਬਾਤ ਕੀਤੀ, ਦੁਆਬੇ ਵਾਲਿਆਂ ਨਾਲ, ਹੋਰ ਸਾਰੀਆਂ ਜਥੇਬੰਦੀਆਂ ਨਾਲ ਗੱਲਬਾਤ ਹੋਈ, ਤੇ ਫਿਰ ਫਾਈਨਲੀ ਜਾ ਕੇ ਜਿਹੜਾ ਕਿਸਾਨ ਏਕਤਾ ਮੋਰਚਾ ਜਿਹੜਾ ਬਣਦਾ ਹੈ। ਫਿਰ ਉਹ ਦਿੱਲੀ ਜਾ ਕੇ, ਜਦੋਂ ਦਿੱਲੀ ਪਹਿਲੇ ਦਿਨ ਜਦੋਂ 26 ਨਵੰਬਰ ਨੂੰ ਦਿੱਲੀ ਜਦੋਂ ਪਹੁੰਚਦੇ ਆ, ਪਹਿਲਾਂ ਤਾਂ 3 ਮਹੀਨੇ ਤਾਂ ਰੇਲਾਂ ਹੀ ਰੋਕੀ ਰੱਖੀਆਂ, ਔਰ ਉਹ ਬੜਾ ਵੱਡਾ ਇੰਪੈਕਟ ਸੀਗਾ। ਰਿਲਾਇੰਸ ਦੇ ਪੈਟਰੋਲ ਪੰਪ ਰੋਕੇ ਜਾਂ ਹੋਰ ਚੀਜ਼ਾਂ ਰੋਕੀਆਂ। ਨੌਜਵਾਨਾਂ ਦਾ ਜਿਹੜਾ ਨਾਲ ਸਾਥ ਰਿਹਾ ਨਾ, ਉਹ ਬੜਾ ਕਮਾਲ ਸੀਗਾ ਕਿ ਬਜ਼ੁਰਗ ਜਿਹੜੇ ਬਾਬੇ ਸੀਗੇ ਉਹਨਾਂ ਤੇ ਵਿਸ਼ਵਾਸ ਪ੍ਰਗਟਾਇਆ। ਹੁਣ ਤੱਕ ਦੀ ਕਾਮਯਾਬੀ ਦਾ ਰੀਜ਼ਨ ਜੋ ਮੈਂ ਸਮਝਦਾ ਉਹ ਇਹ ਰਿਹਾ ਕਿ ਬਜ਼ੁਰਗ ਜਿਹੜੇ ਸਾਡੇ ਆਗੂ ਸੀਗੇ ਉਹਨਾਂ ਤੇ ਭਰੋਸਾ ਰੱਖਿਆ ਤੇ ਨੌਜਵਾਨ ਪਿੱਛੇ ਲੱਗੇ, ਤੇ ਜਦੋਂ ਨੌਜਵਾਨਾਂ ਨੂੰ ਲੋੜ ਪਈ ਵੀ ਨੌਜਵਾਨ ਗਾਂਹ ਹੋਣ, ਚਾਹੇ ਉਹ ਲੱਖਾ ਰਿਹਾ, ਦੀਪ ਰਹੇ, ਸਾਰੇ ਕਲੈਕਟਿਵ ਐਫਰਟਸ ਰਹੇ ਇਹ। ਹੁਣ ਅੱਜ ਕੋਈ ਇਹ ਗੱਲ ਕਹਿ ਦੇ ਵੀ ਲੱਖੇ ਦਾ ਕੰਟਰੀਬਿਊਸ਼ਨ ਨਹੀਂ ਹੈ ਜਾਂ ਦੀਪ ਸਿੱਧੂ ਦਾ ਕੰਟਰੀਬਿਊਸ਼ਨ ਨਹੀਂ ਹੈ, ਤਾਂ ਮੈਨੂੰ ਲੱਗਦਾ ਇਹ ਗੱਲ ਠੀਕ ਨਹੀਂ ਹੈ ਕਹਿਣੀ। ਦੋਹਾਂ ਦਾ ਕੰਟਰੀਬਿਊਸ਼ਨ ਹੈ, ਹੋਰਾਂ ਦਾ ਵੀ ਕੰਟਰੀਬਿਊਸ਼ਨ ਹੈ, ਇਕੱਲੇ ਇਹਨਾਂ ਦੋਹਾਂ ਦਾ ਨਹੀਂ। ਕਮਰ ਗਰੇਵਾਲ ਵਰਗੇ ਤੁਸੀਂ ਬੰਦੇ ਦੇਖੋ, ਇੰਡਸਟਰੀ ਸਾਰੀ ਇਕੱਠੀ ਹੋ ਗਈ। ਰਣਜੀਤ ਬਾਵਾ ਨੇ ਸ਼ੁਰੂ ਦੇ ਵਿੱਚ ਹਾ ਦਾ ਨਾਰਾ ਮਾਰਿਆ, ਹਰਭਜਨ ਮਾਨ ਹੁਣੇ ਨਾਲ ਜੁੜੇ, ਬਾਅਦ ਦੇ ਵਿੱਚ ਬੱਬੂ ਮਾਨ ਆ ਕੇ ਨਾਲ ਜੁੜੇ, ਤਾਂ ਸਾਰਿਆਂ ਦਾ ਕਲੈਕਟਿਵ ਐਫਰਟ ਰਿਹਾ। ਔਰ ਉਸ ਐਫਰਟ ਨਾਲ 26 ਨੂੰ, ਕਿਉਂਕਿ ਸਭ ਤੋਂ ਮੂਹਰੇ ਜਦੋਂ ਹਰਿਆਣੇ ਵਾਲਿਆਂ ਨੇ ਪਹਿਲਾਂ ਸਭ ਤੋਂ ਪਹਿਲ ਕੀਤੀ, ਜਿਹੜੇ ਨਵਦੀਪ ਹੋਣੇ ਆ, ਜਿਹੜਾ ਨਵਦੀਪ ਬਾਅਦ ਟਰਾਲੀ ਤੋਂ ਜੰਪ ਕੀਤਾ, ਫੇਮਸ ਹੋਇਆ, ਉਹ ਟਰਾਲੀ ਵਾਲੀ ਘਟਨਾ 25 ਤਰੀਕ ਦੀ ਹੈ, ਉਹ 26 ਦੀ ਨਹੀਂ ਹੈ, ਉਹ 25 ਨੂੰ ਹੁੰਦਾ। 25 ਨੂੰ ਉਹ ਜੰਪ ਕਰਦਾ ਟਰਾਲੀ ਤੋਂ, 26 ਸਵੇਰ ਤੱਕ ਉਹ ਪੂਰੀ ਦੁਨੀਆ 'ਚ ਫੇਮਸ ਹੋ ਜਾਂਦਾ। 26 ਨੂੰ ਫਿਰ ਅੰਬਾਲਿਓਂ ਅਸੀਂ ਉਹਨਾਂ ਦੇ ਨਾਲ, ਜਿਹੜਾ ਸਾਡੀ ਟੀਮ ਸੀਗੀ ਮੀਡੀਆ ਦੀ, ਅਸੀਂ ਅੰਬਾਲਿਓਂ ਉਹਨਾਂ ਦੇ ਨਾਲ ਤੁਰੇ। ਪਿੱਛੇ ਸ਼ੰਭੂ ਉਦੋਂ ਬੰਦ ਸੀਗਾ, ਔਰ ਉਗਰਾਹਾਂ ਸਾਹਿਬ ਹੋਣਾ ਨੇ ਤਾਂ ਕਹਿਤਾ ਸੀ ਵੀ ਅਸੀਂ ਉੱਥੇ ਬੈਠਾਂਗੇ, ਅਸੀਂ ਬੈਰੀਅਰ ਤੇ ਬੈਠ ਜਾਾਂਗੇ, ਅਸੀਂ ਗਾਂਹ ਨਹੀਂ ਤੁਰਨਾ, ਕਿਉਂਕਿ ਉਗਰਾਹਾਂ ਜਥੇਬੰਦੀ ਡੱਬ ਵਾਲੇ ਪਾਸਿਓਂ ਵੀ ਬਹੁਤ ਵੱਡੀ ਗਿਣਤੀ 'ਚ ਬੈਠੀ ਸੀ, ਔਰ ਇੱਧਰ ਦੂਜੇ ਜਿਹੜੇ ਬੈਰੀਅਰ ਤੇ ਉਹ ਵੀ ਵੱਡੀ ਗਿਣਤੀ 'ਚ ਬੈਠੀ ਸੀ। ਤਾਂ ਜਦੋਂ 26 ਨੂੰ ਤੁਰਦੇ ਆ, ਮੂਰੇ ਉਹ ਨਵਦੀਪ ਹੋਣਾ ਵਾਲਾ, ਗੁਰਨਾਮ ਸਿੰਘ ਚੜੂਨੀ ਹੋਣਾ ਵਾਲਾ ਜਿਹੜਾ ਕਾਫਲਾ ਸੀ, ਉਹ ਸਭ ਤੋਂ ਮੂਹਰੇ ਸੀਗਾ। ਤਾਂ ਉਹ ਕਦੇ ਨਹੀਂ ਭੁੱਲਣਾ ਚਾਹੀਦਾ ਉਹਨਾਂ ਦਾ ਕੰਟਰੀਬਿਊਸ਼ਨ, ਕਿਉਂਕਿ ਉਦੋਂ ਪੰਜਾਬ ਦੀ ਵੱਡੀ ਗੱਲ ਹੋ ਰਹੀ ਸੀ ਕਿ ਹੁਣ ਪੰਜਾਬ ਉੱਠੂਗਾ। ਕਰਨਾਲ ਜਾ ਕੇ, ਕਿਉਂਕਿ ਛੋਟੇ-ਮੋਟੇ ਜਿਹੜੇ ਪਾਰਟਸ ਆਉਂਦੇ ਰਹੇ ਨਾ ਸਾਨੂੰ ਰਾਹ ਦੇ ਵਿੱਚ, ਉਹ ਤੋੜ ਕੇ ਬੈਰੀਗੇਡਸ ਅੱਗੇ ਗਏ। ਜਦੋਂ ਕਰਨਾਲ ਪਹੁੰਚੇ ਸੀ ਨਾ, ਕਰਨਾਲ ਮੇਰੇ ਯਾਦ ਹੈ, ਕਰਨਾਲ ਜਾ ਕੇ ਇੰਨੀ ਵੱਡੀ ਤਾਦਾਦ 'ਚ ਪੁਲਿਸ ਪਰਸੋਨਲ ਉੱਥੇ ਸੀਗਾ, ਔਰ ਉਹ ਇੱਕ ਮੇਰੀ ਵੀਡੀਓ ਵੀ ਉਦੋਂ ਬਹੁਤ ਲੋਕਾਂ ਤੱਕ ਪਹੁੰਚੀ, ਜਿੱਥੇ ਪੁਲਿਸ ਵਾਲੇ ਤੋਂ ਚਾਬੀਆਂ ਮੰਗ ਰਹੇ ਸੀਗੇ, ਟਰੱਕਾਂ ਦੀਆਂ ਚਾਬੀਆਂ ਦਿਓ ਤੁਸੀਂ, ਚਾਬੀਆਂ ਉਹਨਾਂ ਨੇ। ਤਾਂ ਉੱਥੇ ਜਾ ਕੇ ਮਹਿਸੂਸ ਹੋ ਰਿਹਾ ਸੀ ਵੀ ਬਸ ਹੁਣ ਇਦੋਂ ਗਾਂਹ ਨਹੀਂ ਜਾਇਆ ਜਾ ਸਕਦਾ। ਈਵਨ ਮੈਨੂੰ ਵੀ ਇਹ ਲੱਗਿਆ ਸੀਗਾ ਵੀ ਇੰਨੇ ਟਰੱਕ ਖੜੇ ਐ, ਔਰ ਪੁਲ ਸੀਗਾ ਉਹ ਕਰਨਾਲ ਦਾ, ਉਸ ਥਾਂ ਤੋਂ ਪੁਲ ਤੋਂ ਟੱਪਣਾ, ਔਰ ਇੰਨੀ ਵੱਡੀ ਗਿਣਤੀ 'ਚ CRPF ਵੀ ਸੀਗੀ, ਪੁਲਿਸ ਵੀ ਸੀ, ਪੂਰਾ ਪ੍ਰਸ਼ਾਸਨ ਉੱਥੇ। ਔਰ ਕਰਨਾਲ ਜਿਹੜਾ ਸੀਗਾ ਮੁੱਖ ਮੰਤਰੀ ਦਾ ਆਪਦਾ ਜਿਹੜਾ ਸੀ, ਆਪਦਾ ਸ਼ਹਿਰ ਸੀਗਾ, ਤਾਂ ਇੱਕ ਸਾਕ ਦੀ ਵੀ ਗੱਲ ਸੀਗੀ ਮਨੋਹਰ ਲਾਲ ਖੱਟਰ ਵਾਸਤੇ ਵੀ ਹੁਣ ਇਦੋਂ ਗਾਂਹ ਨਹੀਂ ਟੱਪਣਾ। ਤਾਂ ਸ਼ਾਮ ਹੋ ਗਈ ਸੀ ਉੱਥੇ, ਸਾਨੂੰ ਕਰਨਾਲ ਖੜੇ ਤਕਰੀਬਨ 4, 4:30, 5 ਵਜੇ ਦਾ, 4, 4:30 ਦਾ ਸਮਾਂ ਹੋ ਗਿਆ ਸੀ। ਪਰ ਜਦੋਂ ਗੁਰਨਾਮ ਸਿੰਘ ਚੜੂਨੀ ਹੋਣਾ ਨੇ ਫਿਰ ਕਿਹਾ ਕਿ ਜਾਣਾ ਹੈ ਤਾਂ ਜਾਣਾ ਹੈ, ਪਹਿਲਾਂ ਉੱਥੇ ਵੇਟ ਹੋਈ, ਬਹੁਤ ਸਾਰੇ ਲੋਕ ਇਕੱਠੇ ਹੋਏ, ਉਹਨਾਂ ਨੇ ਕਿਹਾ ਵੀ ਪ੍ਰਧਾਨ ਜੀ ਜੋ ਕਹਿਣਗੇ ਉਦੋਂ ਕਰਾਂਗੇ। ਤਾਂ ਅਸੀਂ ਵਿਦਨ 5 ਮਿੰਟਸ, ਜਿਵੇਂ ਕਹਿ ਲੋ ਕਿ ਕੋਈ ਕੌਤਕ ਵਰਤਿਆ ਹੋਵੇ, ਜਿਵੇਂ ਉਹਨਾਂ 'ਚ ਕੋਈ ਪਾਵਰ ਵੱਖਰੀ ਆ ਗਈ ਹੋਵੇ, ਜਿਹੜਾ ਯੂਥ ਚੁੱਪਚਾਪ ਉੱਥੇ ਬੈਠਾ ਸੀ, ਉਹਨਾਂ ਨੇ ਹੱਥਾਂ ਨਾਲ ਧੂ ਕੇ ਟਰੱਕ ਪਾਸੇ ਕਰਤੇ। ਕੈਂਟਰ ਜਿਨ੍ਹਾਂ ਦੇ ਵਿੱਚ ਰੇਤੇ ਦੇ ਭਰੇ ਹੋਏ ਗਿੱਲੇ ਕਰਕੇ, ਕਿਉਂਕਿ ਉਹ ਤਾਜ਼ਾ ਭਾਰ ਜ਼ਿਆਦਾ ਵੱਧ ਜਾਂਦਾ, ਪਰ ਭਾਰ ਵੀ ਵੱਧ ਜਾਂਦਾ, ਉਹ ਕਈ ਵਾਰੀ ਨਦੀ ਚੋਂ ਤਾਜ਼ਾ ਕੱਢ ਕੇ ਲਿਆਉਂਦੇ ਆ, ਤਾਂ ਫਿਰ ਉਹ ਉਸੇ ਵੇਲੇ ਖੜੇ ਕੀਤੇ, ਔਰ ਉਹਨਾਂ ਨੇ ਹੱਥਾਂ ਨਾਲ ਧੂ ਕੇ ਪਿੱਛੇ ਕੀਤੇ। ਉਹ ਸੀਨਸ ਅਨਬਲੀਵੇਬਲ, ਪੂਰੀ ਦੁਨੀਆ ਨੇ ਦੇਖੇ। ਦਿੱਲੀ ਜਾ ਕੇ ਫਿਰ ਬੈਠਦੇ ਆ, ਸ਼ਾਰਟ ਦੇ ਵਿੱਚ ਮੈਂ ਦੱਸਾਂ ਤਾਂ ਉਦੋਂ ਤੱਕ ਪਹਿਲੇ 2-3 ਦਿਨ ਤਾਂ ਟਰਾਲੀ ਤੇ ਹੀ ਸਟੇਜ ਲੱਗਦੀ ਰਹੀ, ਜਿੱਥੇ ਹੁਣ ਸਟੇਜ ਲੱਗੀ ਉਸ ਤੋਂ ਥੋੜੀ ਜਿਹੀ ਅੱਗੇ, ਜਿੱਥੇ ਹੁਣ DSGMC ਦਾ ਲੰਗਰ ਲੱਗਿਆ ਹੋਇਆ, ਉਸ ਥਾਂ ਤੇ ਟਰਾਲੀ ਦੇ ਅੰਦਰ 2 ਦਿਨ ਪਹਿਲਾਂ ਸਟੇਜ ਉੱਥੇ, ਫਿਰ ਰਾਤ ਨੂੰ ਉਹ ਟਰਾਲੀ ਪਾਸੇ ਕਰ ਦਿੰਦੇ ਸੀ। ਉਹੀ ਗੁਰਦੀਪ ਸਿੰਘ ਹੋਣਾ ਵਾਲੀ ਟਰਾਲੀ ਜਿਹੜੀ ਸਾਰਿਆਂ ਨਾਲੋਂ ਮੂਹਰੇ ਟਰਾਲੀ ਲੱਗੀ ਹੈ। 2-3 ਦਿਨ ਸਟੇਜ ਐਂ ਲੱਗਦਾ ਰਿਹਾ, ਔਰ ਰਾਤ ਨੂੰ ਨੌਜਵਾਨ ਫਿਰ ਉੱਥੇ ਆਸੇ-ਪਾਸੇ ਸਾਰੀ ਸਫਾਈ ਕਰਦੇ, ਜਿਹੜਾ ਜੋ ਗੰਦਗੀ ਜਾਂ ਜਿੰਨਾ ਅਸੀਂ ਲੰਗਰ ਖਾਂਦੇ ਸੀਗੇ। ਫਿਰ ਦੇਖਦੇ ਰਸਤਾ ਹਿਸਟਰੀ ਹੈ, ਫਿਰ ਕਿਸ ਤਰ੍ਹਾਂ ਕਿਸਾਨ ਏਕਤਾ ਮੋਰਚਾ ਤੋਂ ਸੰਯੁਕਤ ਕਿਸਾਨ ਮੋਰਚਾ ਹੋ ਜਾਂਦਾ ਹੈ, ਬਾਕੀ ਜਥੇਬੰਦੀਆਂ, ਯੋਗਿੰਦਰ ਯਾਦਵ ਹੋਣੇ,
ਕਵਿਤਾ ਹੋਣੇ ਕਰਨਾਟਕਾ ਵਾਲੇ, ਜੀ। ਫਿਰ ਉਹ ਯੁੱਧਵੀਰ ਸਿੰਘ ਹੋਣੇ, ਰਾਕੇਸ਼ ਟਕੈਤ ਫਿਰ ਜੁੜਦੇ ਆ, ਤੀਜੇ ਚੌਥੇ ਦਿਨ ਰਾਕੇਸ਼ ਟਕੈਤ ਆਉਂਦੇ ਆ, ਫਿਰ ਉਹ ਮੀਟਿੰਗ ਕਰਦੇ ਆ, ਔਰ ਉਹ ਸਾਰਾ ਜਿਹੜਾ ਜਿਹਨੂੰ ਕਹਿ ਲੋ ਕਿ ਜੋ ਖੂਬਸੂਰਤੀ ਅਸੀਂ ਦੇਖੀ, ਔਰ ਫਿਰ ਕਿਵੇਂ ਮੇਲੇ ਤਰ੍ਹਾਂ ਭਰ ਗਿਆ ਸਭ ਕੁਝ। ਪਰ ਮੈਨੂੰ ਲੱਗਦਾ ਰਮਨ ਕਿ 26 ਤੋਂ ਬਾਅਦ ਜੋ ਚੀਜ਼ਾਂ ਜੋ ਵਿਗੜੀਆਂ ਨੇ ਉਹ ਕਿਤੇ ਨਾ ਕਿਤੇ ਉਹ ਉਸ ਪੱਧਰ ਤੇ ਅਜੇ ਠੀਕ ਨਹੀਂ ਹੋਈਆਂ ਜੀ। ਉਹਨਾਂ ਤੰਦਾਂ ਨੂੰ ਫਿਰ ਜੋੜਨਾ ਪੈਣਾ, ਔਰ ਇਹਦੇ ਵਾਸਤੇ ਜਿਹੜਾ ਸਾਡਾ ਟੁੱਟਿਆ ਹੋਇਆ ਹਿੱਸਾ ਹੈ, ਜਥੇਬੰਦੀਆਂ ਇਸ ਗੱਲ ਨੂੰ ਸਮਝ ਕੇ, ਕਿਉਂਕਿ ਜਥੇਬੰਦੀਆਂ ਦਾ ਕੰਟਰੀਬਿਊਸ਼ਨ ਮੈਂ ਪਹਿਲਾਂ ਵੀ ਦੱਸਿਆ ਕਿ ਜੋ ਉਹਨਾਂ ਨੇ ਕੀਤਾ ਉਹਨਾਂ ਦੀ ਲਾਮਬੰਦੀ ਰਹੀ, ਪਰ ਉਹਨਾਂ ਨੂੰ ਨੌਜਵਾਨਾਂ ਨੂੰ ਅੱਜ ਵੀ ਜਿਹੜੇ ਨਾਲ ਕੋਈ ਹਤਾਸ਼ ਹੋਏ ਆ, ਜਿਹੜੇ ਕੋਈ ਮਾੜੇ ਮੋਟੇ ਵਾਪਸ ਬਹਿ ਗਏ ਜਾ ਕੇ, ਜੀ, ਬੁਲਾਓ, ਇਹ ਸੰਘਰਸ਼ ਸਾਡਾ ਆਪਦਾ ਹੈ, ਇਹ ਸੰਘਰਸ਼ ਸਭ ਤੋਂ ਉੱਤੇ ਹੈ, ਹੋਰ ਕੋਈ ਨਹੀਂਗਾ, ਨਾ ਲੱਖਾ, ਨਾ ਦੀਪ, ਨਾ ਰਾਜੇਵਾਲ ਸਾਹਿਬ, ਨਾ ਡੱਲੇਵਾਲ ਸਾਹਿਬ, ਸੰਘਰਸ਼ ਵੱਡਾ ਹੈ। ਬਿਲਕੁਲ ਮਕਰ ਸਾਹਿਬ, ਜਦੋਂ ਉੱਥੇ ਲੋਕਾਂ ਦੀ ਇਨੋਸੈਂਸ ਦੇਖੀ ਦੀ ਹੈ ਨਾ, ਜਦੋਂ ਜਿਹੜੇ ਬਜ਼ੁਰਗ ਬੈਠੇ ਹੋਏ ਆ, ਜਿਹੜੇ ਮੈਂ ਹਮੇਸ਼ਾ ਹੀ ਗੱਲ ਕਰਦੀ ਹੁੰਦੀ ਹਾਂ ਵੀ ਸੁੱਖ ਸਹੂਲਤਾਂ ਭਰਿਆ ਸਫ਼ਰ ਕਰਨਾ ਹੀ ਬਹੁਤ ਔਖਾ ਹੁੰਦਾ ਹੈ, ਔਰ ਕਈ ਬਜ਼ੁਰਗਾਂ ਨੂੰ ਮਿਲੇ ਆ ਜਿਨ੍ਹਾਂ ਦੀ ਉਮਰ 70-80 ਦੇ ਕਰੀਬ ਹੈਗੀ ਆ, ਔਰ ਉਹ ਟਰੈਕਟਰ ਟਰਾਲੀਆਂ ਦੇ ਵਿੱਚ ਦਿੱਲੀ ਤੱਕ ਦਾ ਸਫ਼ਰ ਕਰਨਾ ਬਹੁਤ ਵੱਡੀ ਗੱਲ ਹੈ। ਤੇ ਜਦੋਂ ਉਹਨਾਂ ਵੱਲ ਦੇਖੀਦਾ ਤੇ ਫਿਰ ਜਿਹੜੀ ਗੱਲ ਤੁਸੀਂ ਕਹੀ ਆ ਉਹ ਲੱਗਦਾ ਕਿ ਹੋਰ ਦ੍ਰਿੜਤਾ ਨਾਲ ਲਾਗੂ ਹੋਣੀ ਚਾਹੀਦੀ ਹੈ ਕਿ ਸੰਘਰਸ਼ ਹੀ ਸਭ ਤੋਂ ਵੱਡਾ ਹੈ, ਔਰ ਇਹਨਾਂ ਲੋਕਾਂ ਦਾ ਜਿਹੜਾ ਸੱਚਾਈ, ਇਹਨਾਂ ਲੋਕਾਂ ਦਾ ਭੋਲਾਪਨ ਸਭ ਤੋਂ ਵੱਡਾ ਕਿ ਇਹਨਾਂ ਦੇ ਲਈ ਸਭ ਨੂੰ ਇਕਜੁੱਟ ਹੋਣਾ ਚਾਹੀਦਾ। ਹੁਣ ਜੇ ਗੱਲ ਕਰੀਏ ਸ਼ੁਰੂਆਤਾਂ ਦੀ, ਤੁਸੀਂ ਪਹਿਲਾਂ ਹੀ ਕਹਿ ਚੁੱਕੇ ਹੋਏ ਆ ਕਿ ਇੱਕ ਟਰਾਲੀ ਨੂੰ ਕਵਰ ਕਰ ਚੁੱਕੇ ਹੋਏ ਆ, ਕਿਹੜੀ ਟਰਾਲੀ ਦੇ ਵਿੱਚ ਪਲੱਗ ਕਿੱਥੇ ਲੱਗਦੇ ਆ, ਚਾਰਜਰ ਕਿੱਥੇ ਰੱਖਦੇ ਆ, ਪਾਣੀ ਕਿੱਥੇ ਰੱਖਦੇ, ਉਹ ਤੱਕ ਹੁਣ ਸਾਡੇ ਲੋਕਾਂ ਨੂੰ ਪਤਾ। ਪਰ ਜੇ ਇਹਨਾਂ ਚੀਜ਼ਾਂ ਨੂੰ ਦਿੱਲੀ ਦੇ ਜਿਹੜੇ ਮੋਰਚੇ ਤੇ ਬੈਠੇ ਆ, ਇਹਨਾਂ ਚੀਜ਼ਾਂ ਤੋਂ ਥੋੜਾ ਜਿਹਾ ਪਿੱਛੇ ਨੂੰ ਆ ਜਾਈਏ, ਜਿੱਥੋਂ ਤੁਸੀਂ ਸ਼ੁਰੂ ਕਰਦੇ ਇਹਨੂੰ ਕਵਰ ਕਰਨਾ, ਜੇ ਉੱਥੋਂ ਸ਼ੁਰੂਆਤਾਂ ਗਿਣੀਏ, ਉੱਥੋਂ ਸੇਵਾਵਾਂ ਗਿਣੀਏ, ਕਿਉਂਕਿ ਹੁਣ ਤਾਂ ਸਭ ਨੂੰ ਪਤਾ ਵੀ ਉੱਥੇ ਵਾਸ਼ਿੰਗ ਮਸ਼ੀਨਾਂ ਵੀ ਲੱਗੀਆਂ ਹੋਈਆਂ, ਉੱਥੇ ਕਿਸਾਨ ਮਾਲ ਵੀ ਹੈਗਾ, ਉੱਥੇ ਹਰ ਇੱਕ ਚੀਜ਼ ਹੈਗੀ ਆ। ਜੇ ਪਿੱਛੇ ਨੂੰ ਜਾਈਏ ਤੇ ਜਿਹੜੀਆਂ ਸ਼ੁਰੂਆਤਾਂ ਸਾਨੂੰ ਅਜੇ ਨਹੀਂ ਪਤਾ ਜਾਂ ਬਹੁਤ ਲੋਕਾਂ ਨੂੰ ਪਤਾ ਨਹੀਂ ਹੈਗੀਆਂ ਕਿ ਰੇਲਵੇ ਟਰੈਕਸ ਦੇ ਉੱਤੇ ਕਿਹੜੀਆਂ ਸੇਵਾਵਾਂ, ਕਿਹੜੀਆਂ ਸ਼ੁਰੂਆਤਾਂ ਸ਼ੁਰੂ ਹੋਈਆਂ, ਉਹਨਾਂ ਦੇ ਉੱਤੇ ਜੇ ਪਿੱਛੇ ਨੂੰ ਜਾ ਕੇ ਕੁਝ ਦੇਖੋ, ਲੋਕਾਂ ਨੇ ਸਾਰੀਆਂ ਚੀਜ਼ਾਂ ਟਾਈਮ ਟੂ ਟਾਈਮ ਦੇਖੀਆਂ ਨੇ, ਬਹੁਤ ਸਾਰੇ ਇਵੈਂਟਸ ਹੈ। ਜੇ ਮੈਂ ਚੀਜ਼ਾਂ ਨੂੰ ਇਵੈਂਟ ਦੇ ਤੌਰ ਤੇ ਦੇਖਾਂ ਤਾਂ ਇਹ ਐਜੀਟੇਸ਼ਨ 100 ਦਿਨ ਦਿੱਲੀ ਦੇ, ਉਸ ਤੋਂ ਪਹਿਲਾਂ 3 ਮਹੀਨੇ ਪੰਜਾਬ ਦੇ ਜੀ। ਪੰਜਾਬ ਉਦੋਂ ਇੰਨਾ ਕੁ ਸਰਗਰਮ ਰਿਹਾ ਕਿ ਬਾਕੀ ਸੂਬਿਆਂ ਤੋਂ ਇੰਨੀ ਉਦੋਂ ਹੈਲਪ ਨਹੀਂ ਮਿਲ ਰਹੀ ਸੀ। ਖਾਸ ਤੌਰ ਤੇ ਸਾਨੂੰ ਇਹ ਲੱਗਦਾ ਹੁੰਦਾ ਸੀ ਯਾਰ ਹਰਿਆਣਾ ਕਿਉਂ ਨਹੀਂ ਉੱਠ ਰਿਹਾ, ਫਿਰ ਇਹ ਹੁੰਦਾ ਸੀ ਕਿ ਹਰਿਆਣਾ 'ਚ ਖੱਟਰ ਸਰਕਾਰ ਹੈ, ਖੱਟਰ ਸਰਕਾਰ ਉਹਨਾਂ ਨੂੰ ਉਸ ਪੱਧਰ ਤੇ ਆਉਣ ਨਹੀਂ ਦੇ ਰਹੀ ਜੀ। ਜਿਹੜੀ ਗੁਰਨਾਮ ਸਿੰਘ ਚੁੜੂਨੀ ਹੋਣਾ ਨੇ ਇੱਕ ਜਦੋਂ ਕਾਲ ਦਿੱਤੀ ਸੀ, ਵੱਡੀ ਰੈਲੀ ਜਿਹੜੀ ਹੋਈ ਹਰਿਆਣੇ ਦੇ ਵਿੱਚ, ਪੁਲਿਸ ਨੇ ਉਦੋਂ ਲਾਠੀ ਚਾਰਜ ਕੀਤਾ ਜੀ। ਜੇ ਖੱਟਰ ਸਰਕਾਰ ਉਦੋਂ ਲਾਠੀ ਚਾਰਜ ਨਾ ਕਰਦੀ ਨਾ, ਸ਼ਾਇਦ ਇੰਨੀ ਅੱਗ ਹਰਿਆਣੇ ਦੇ ਲੋਕਾਂ 'ਚ ਨਹੀਂ ਪੈਣੀ ਸੀ ਜਿੰਨੀ ਉਸ ਲਾਠੀ ਚਾਰਜ ਨੇ ਕਰਤੀ। ਮੈਂ ਤਾਂ ਬਹੁਤ ਧੰਨਵਾਦ ਕਰਦਾ ਕਿ ਖੱਟਰ ਸਾਹਿਬ ਥੋੜਾ ਜਿਹਾ ਤੁਸੀਂ ਉਸ ਦਿਨ ਤਸ਼ੱਦਦ ਹੋਰ ਹੀ ਕਰ ਦਿੰਦੇ ਸਾਡੇ ਤੇ ਅਸੀਂ ਸ਼ਾਇਦ ਉਦੋਂ ਬਿੱਲ ਰੱਦ ਕਰਾਉਣ ਵਾਲੇ ਉਦੋਂ ਹੀ ਪੈ ਜਾਂਦੇ ਇਸ ਰਾਹ ਦੇ ਵਿੱਚ। ਕਾਰਨ ਇਹ ਸੀਗਾ ਕਿ ਇੱਕ ਤਾਂ ਜਦੋਂ ਉਹ ਤਸ਼ੱਦਦ ਹੋਇਆ, ਦੂਜਾ ਜਦੋਂ 26 ਨਵੰਬਰ ਨੂੰ ਜਿਸ ਤਰੀਕੇ ਨਾਲ ਗਏ ਟੋਏ ਪੱਟ ਤੇ, ਤੁਸੀਂ ਦੇਖੋ ਕਿ ਸਰਕਾਰ ਆਪ ਟੋਏ ਪੱਟ ਰਹੀ ਹੋਵੇ ਤਾਂ ਟਾਈਮ ਟੂ ਟਾਈਮ ਸਰਕਾਰ ਨੇ ਉਹ ਤਸ਼ੱਦਦ ਕੀਤੇ। ਹੈਰਾਨੀ ਹੋਈ ਵੀ ਲੋਕਤੰਤਰ 'ਚ ਇਹ ਕੁਝ ਹੋ ਸਕਦਾ ਕਿ ਤੁਸੀਂ ਤੁਸੀਂ ਦੇਖੋ ਕਿ ਉਸ ਰਾਤ ਪੂਰਾ ਉਹ ਮੀਡੀਆ ਦਾ ਵੱਡਾ ਹਿੱਸਾ ਜੋ ਆਪਦੇ ਆਕਾ ਦੀ ਸੇਵਾ ਦੇ ਵਿੱਚ ਲੱਗਿਆ ਹੈ, ਉਹਨੂੰ ਚਾਹ ਚੜ ਗਿਆ ਸੀਗਾ ਵੀ ਅੱਜ ਤਾਂ ਇਹ ਚੱਕ ਦੇਣਗੇ ਬਸ। ਅੱਜ ਇੱਥੇ ਪੁਲਿਸ ਪਹੁੰਚ ਗਈ, 26 ਨਵੰਬਰ ਨੂੰ ਉਹਨਾਂ ਨੂੰ ਲੱਗਿਆ, ਇਸ ਤਰ੍ਹਾਂ ਲੱਗ ਰਿਹਾ ਸੀ ਵੀ ਕੁਝ ਪਲਾਨਡ ਹੋਵੇ, ਉਹਨਾਂ ਨੂੰ ਪਤਾ ਹੋਵੇ ਵੀ 26 ਦੀ ਰਾਤ ਨੂੰ ਜਾਵਾਂਗੇ ਤੇ ਵੱਡੇ ਵੱਡੇ ਐਂਕਰ ਜਿਹੜੇ ਇੱਕ ਭੈਣ ਜੀ ਬਹੁਤ ਰੌਲਾ ਪਾਉਂਦੇ ਆ, ਜਿਹੜੇ ਰਾਤ ਨੂੰ ਆ ਕੇ ਇੱਕ ਸ਼ੋਅ ਕਰਦੇ ਆ, ਉਹ ਆਪ ਪਹੁੰਚ ਗਏ ਉੱਥੇ, ਅੱਗੇ ਨਹੀਂ ਗਏ ਉਹ, ਇਸ ਤੋਂ ਪਹਿਲਾਂ ਉਹ ਕਦੇ ਨਹੀਂ ਗਈ ਜੀ। ਉਹ ਸਾਡੀ ਭੈਣ ਮੀਡੀਆ ਦਾ ਹਿੱਸਾ ਹੈ ਵੱਡਾ, ਉਹ ਮੈਨੂੰ ਲੱਗਦਾ ਆਪਣੇ ਪੇਸ਼ੇ ਨੂੰ, ਆਪਣੇ ਕੰਮ ਨੂੰ ਜੇ 100% ਉਹਨੂੰ ਪਿਆਰ ਕਰਦੀ, ਮੁਹੱਬਤ ਕਰਦੀ, ਤਾਂ ਚਾਹੇ ਨੈਗੇਟਿਵ ਕਰਨੀ ਆ ਜਾਂਦੀ, ਇੱਕ ਦਿਨ ਆ ਜਾਂਦੀ ਉੱਥੇ ਜੀ, ਤੇ ਉਹਨੂੰ ਮਾਈਕ ਆਪਦੇ ਬੰਦ ਕਰਨ ਤੋਂ ਬਾਅਦ ਅਸਲ ਤਸਵੀਰ ਸਮਝ ਆ ਜਾਣੀ ਸੀਗੀ ਕਿ ਜਿਨ੍ਹਾਂ ਦੇ ਖਿਲਾਫ ਬੋਲੀਆਂ ਬਾਅਦ ਚੋਂ ਬਿਠਾ ਕੇ ਲੰਗਰ ਵੀ ਖਵਾਉਂਦੇ ਆ, ਤੁਹਾਨੂੰ ਮੁਹੱਬਤ ਵੀ ਦਿੰਦੇ ਆ। ਬੜੇ ਐਂਕਰਾਂ ਨਾਲ ਜੋ ਉੱਥੇ ਬਹੁਤ ਇਹ ਵੀ ਪ੍ਰਚਾਰਿਆ ਗਿਆ ਕਿ ਪਤਾ ਨਹੀਂ ਮੀਡੀਆ ਨਾਲ ਬਦਤਮੀਜ਼ੀ ਹੋਈ, ਫਲਾਨਾ ਹੋਇਆ, ਬਹੁਤ ਕੁਝ ਚਲਾਇਆ। ਮੇਰੇ ਅੱਖੀ ਦੇਖੀਆਂ ਗੱਲਾਂ, ਨੋ ਡਾਊਟ ਨਾਅਰੇਬਾਜ਼ੀ ਨੌਜਵਾਨ ਕਰਦੇ ਰਹੇ। ਕਿਸੇ ਨੇ ਇਹ ਤਾਂ ਦੱਸਿਆ ਨਹੀਂ ਵੀ ਜਦੋਂ ਬਹੁਤ ਰੌਲਾ ਪਿਆ ਤੇ 4 ਮੁੰਡੇ ਐਸੇ ਵੀ ਆਏ ਜਿਨ੍ਹਾਂ ਨੇ ਚੇਨ ਬਣਾਈ ਤੇ ਉਸ ਭੈਣ ਨੂੰ ਉੱਥੋਂ ਬਾਹਰ ਕੱਢ ਕੇ ਉਹਦੀ ਕਾਰ ਤੱਕ ਛੱਡ ਕੇ ਆਏ ਜੀ। ਜਿਹੜੀ KMPA ਜਿਹੜਾ ਪਹਿਲਾਂ ਕਾਲ ਦਿੱਤੀ ਗਈ ਸੀ, ਜਦੋਂ ਟਰੈਕਟਰ 26 ਤੋਂ ਪਹਿਲਾਂ ਇੱਕ ਕਾਲ ਦਿੱਤੀ ਗਈ ਸੀ,
ਉਹ ਇੱਕ ਟਰੈਕਟਰ ਉਦੋਂ KMPL ਤੇ ਚਲਾਏ, ਉਸ ਦਿਨ ਵੀ ਇੱਕ ਇਸੇ ਤਰ੍ਹਾਂ ਹੋਇਆ ਕਿ ਇੱਕ ਵੱਡੇ ਚੈਨਲ ਦੀ ਐਂਕਰ ਦੇ ਨਾਲ ਕੋਈ ਬਦਤਮੀਜ਼ੀ ਹੋਈ, ਉਹਨਾਂ ਨੇ ਉਹ ਤਾਂ ਦਿਖਾਤੀ, ਪਰ ਇਹ ਨਹੀਂ ਦਿਖਾਇਆ ਕਿ ਬਾਅਦ ਚ ਰਾਜੇਵਾਲ ਸਾਹਿਬ ਵਰਗੇ ਆਗੂ ਜਾਂ ਹੋਰ ਉਹ ਆਪ ਟਰੈਕਟਰ ਤੇ ਨਾਲ ਬਿਠਾ ਕੇ ਤੇ ਬਾਹਰ ਤਾਈਂ ਛੱਡ ਕੇ ਆਏ। ਇਹ ਚੀਜ਼ਾਂ ਵੀ ਦਿਖਾਉਣੀਆਂ ਚਾਹੀਦੀਆਂ। ਕਦੇ ਵੀ ਇਸ ਤਰ੍ਹਾਂ ਨਹੀਂ ਹੋਇਆ ਕਿ ਕਿਸੇ ਨਾਲ ਕੋਈ ਫਿਜ਼ੀਕਲ ਅਸੌਲਟ ਹੋਇਆ ਹੋਵੇ। ਬਾਅਦ ਦੇ ਵਿੱਚ ਬਹੁਤਿਆਂ ਨੇ ਬਹੁਤ ਗੱਲਾਂ ਕਹਿਤੀਆਂ। ਇੱਕ ਤਾਂ ਫੜਿਆ ਗਿਆ, ਇੱਕ ਵੱਡੇ ਚੈਨਲ ਦਾ ਪੱਤਰਕਾਰ ਫੜਿਆ ਗਿਆ, ਮੇਰੇ ਖਿਆਲ ਤੁਸੀਂ ਕਵਰ ਕੀਤਾ ਉਹ, ਅਸੀਂ ਹੀ ਉੱਥੇ ਜੋ ਝੂਠ ਦਿਖਾ ਰਿਹਾ ਸੀ, ਕਹਿ ਰਿਹਾ ਸੀ ਖਾਲੀ ਹੋ ਗਿਆ, ਇਸ ਤਰ੍ਹਾਂ ਹੋ ਗਿਆ, ਉਹ ਹੋ ਗਿਆ। ਉਸ ਵੇਲੇ ਕੀਤੀ ਜਾ ਰਹੀ ਸੀ ਜਿਸ ਵੇਲੇ ਲੰਗਰ, ਦਿਨ ਦੇ ਵਿੱਚ ਵੀ ਕਈ ਲੰਗਰ ਇਹੋ ਜਿਹੇ ਆ ਜਿਨ੍ਹਾਂ ਨੂੰ ਦਿਨ ਵੇਲੇ ਬੰਦ ਕਰਕੇ ਸਫਾਈ ਕੀਤੀ ਜਾਂਦੀ ਹੈ, ਕਿਉਂਕਿ ਲਗਾਤਾਰ 24 ਘੰਟੇ ਲੰਗਰ ਚੱਲਦੇ ਆ ਤੇ ਬੇਹੱਦ ਜਿਹੜੀ ਆ ਗੰਦਗੀ ਆਸੇ-ਪਾਸੇ ਹੋ ਜਾਂਦੀ ਆ। ਤੇ ਉਹ ਜਦੋਂ ਸ਼ਾਮ ਨੂੰ 5 ਵਜੇ ਸਟੇਜ ਦੀ ਜਿਹੜੀ ਆ ਸਮਾਪਤੀ ਹੁੰਦੀ ਆ, ਪਾਠ ਹੁੰਦਾ ਰਹਿਰਾਸ ਸਾਹਿਬ ਦਾ, ਉਸ ਤੋਂ ਬਾਅਦ ਉੱਥੇ ਕੈਮਰੇ ਉਹ ਫਿੱਟ ਕਰਕੇ ਤੇ ਬੜੀ ਪਾਸਵਰਡ ਵਾਲੇ ਜਿਹੜੇ ਕਹਿ ਸਕਦੇ ਆ ਅਜੀਬ ਜਿਹੇ ਤਰੀਕੇ ਦੇ ਨਾਲ ਉਹਨਾਂ ਦੀ ਚੈਟ ਵੀ ਸਾਰਿਆਂ ਦੇ ਸਾਹਮਣੇ ਲੈ ਕੇ ਆਂਦੀ ਗਈ ਆ। ਸੋ ਇਹ ਉਹਨਾਂ ਦੇ ਹੀ ਭੈਣ ਜੀ ਸੀ। ਔਰ ਜਿਹੜੇ ਬਾਈ ਜੀ ਦੀ ਤੁਸੀਂ ਗੱਲ ਕੀਤੀ ਕਿ ਜਿਨ੍ਹਾਂ ਨੇ ਚੇਨ ਬਣਾ ਕੇ ਜਿਹੜੇ ਉੱਥੇ ਸਿਕਿਉਰਿਟੀ ਦੇਖਦੇ ਆ ਨੌਜਵਾਨ, ਉਹਨਾਂ ਦੇ ਉੱਤੇ ਹੀ ਉਹਨੇ ਇਲਜ਼ਾਮ ਲਾ ਦਿੱਤਾ। ਉਹ ਉਹਨਾਂ ਨੂੰ ਵੀ ਵਾਪਸ ਲੈ ਕੇ ਆ ਰਹੀ ਸੀ ਬਚਾ ਕੇ, ਉਹਦੇ ਉੱਤੇ ਇਲਜ਼ਾਮ ਲਾ ਦਿੱਤਾ ਕਿ ਇਹਨੇ ਮੈਨੂੰ ਕੁੱਟਿਆ, ਕਿਉਂਕਿ ਉਹਨੂੰ ਪਤਾ ਸੀ ਕਿ ਕੈਮਰੇ ਆਨ ਆ, ਅਸੀਂ ਲਾਈਵ ਜਾ ਰਹੇ ਹਾਂ। ਰਮਨ, ਅਸੀਂ ਨਾ ਸ਼ੁਰੂ ਦੇ ਵਿੱਚ ਹਾਲੇ 10 ਦਿਨ ਹੋਏ ਹੋਣੇ ਆ ਉੱਥੇ ਸੰਘਰਸ਼ ਨੂੰ ਜੀ, ਇੱਕ ਨੌਜਵਾਨ ਕੁੜੀ ਤੇ ਮੁੰਡਾ ਟਰਾਲੀ ਦੇ ਵਿੱਚੋਂ ਫੜ ਲਏ ਕੰਪਰੋਮਾਈਜ਼ਿੰਗ ਹਾਲਾਤ ਦੇ ਵਿੱਚ। ਬਲਦੇਵ ਸਿੰਘ ਸਰਸਾ ਹੋਣਾ ਨੇ ਬੜੇ ਪਿਆਰ ਨਾਲ ਉਹਨਾਂ ਨੂੰ ਲਿਆ ਕੇ, ਜਿੱਥੇ ਹੁਣ ਸਟੇਜ ਲੱਗੀ ਹੈ, ਸਟੇਜ ਦੇ ਸਾਹਮਣੇ ਇੱਕ ਬਿਲਡਿੰਗ ਬਣੀ ਅੰਦਰ, ਜਿੱਥੇ ਹੁਣ ਕਿਸਾਨਾਂ ਨੇ ਰਹਿਣ ਰੂਣ ਨੂੰ ਆਪਦਾ ਥਾਂ ਵੀ ਬਣਾਇਆ, ਉਸ ਬਿਲਡਿੰਗ ਦੇ ਨਾਲ ਉਹ ਇੱਕ ਚਿਕਨ ਪੁਆਇੰਟ ਜਿਹਾ, ਚਿਕਨ ਪੁਆਇੰਟ ਦੇ ਜਮਾਂ ਨਾਲ ਵਾਲੀ ਦੁਕਾਨ, ਉਹਦੇ ਅੰਦਰ ਲੈ ਗਏ। ਔਰ ਬੜੇ ਪਿਆਰ ਨਾਲ ਉਹਨਾਂ ਨੂੰ, ਅਸੀਂ ਮਤਲਬ ਗਵਾਹ ਮੈਂ ਉਸ ਗੱਲ ਦਾ, ਔਨ 에ਅਰ ਤੇ ਉਹ ਚਲਾਈ ਵੀ ਅਸੀਂ, ਜੇ ਪੁਰਾਣੀ ਆਪਾਂ ਆਰਕਾਈਵਸ 'ਚ ਜਾ ਕੇ ਦੇਖੀ ਅੱਜ ਪਈ ਵੀ ਹੋਊਗੀ। ਔਰ ਤੁਸੀਂ ਇੱਕ ਕਮਾਲ ਦੀ ਗੱਲ ਦੇਖੋ, ਅੱਜ ਉਦੋਂ ਮੁੰਡੇ ਜਿਹੜੇ ਫੜੇ, ਉਹਨਾਂ ਨੇ ਦੱਸਿਆ ਵੀ ਸਾਨੂੰ ਕਿਹਾ ਗਿਆ ਵੀ ਇੱਥੇ ਤੁਸੀਂ ਟਰਾਲੀ 'ਚ ਬੈਠੋ, ਕੰਪਰੋਮਾਈਜ਼ ਹਾਲਾਤ 'ਚ ਬੈਠੋ, ਇੱਕ ਬੰਦਾ ਫਿਰ ਤੁਹਾਡੀ ਫੋਟੋ ਖਿੱਚੂਗਾ, ਫਿਰ ਉਹ ਵਾਇਰਲ ਕਰਾਂਗੇ ਵੀ ਦੇਖੋ ਜੀ ਕਿਸਾਨ ਐਜੀਟੇਸ਼ਨ ਦੇ ਨਾਂ ਤੇ ਇੱਥੇ ਦੇਖੋ ਗੰਦ ਪੈ ਰਿਹਾ ਹੈ। ਪਤਾ ਲੱਗਦਾ ਗਿਆ, ਫੋਨ ਦੀਆਂ ਚੈਟਾਂ ਦੇਖੀਆਂ, 12-13 ਮੁੰਡੇ ਉਹਨਾਂ ਦੇ ਹੋਰ ਫੜ ਲਏ। ਔਰ ਤੁਸੀਂ ਦੇਖੋ ਕਿ ਉੱਥੇ ਸਾਰੇ ਮੋਰਚੇ ਦੇ ਵੱਲੋਂ ਇਹ ਫੈਸਲਾ ਲਿਆ ਗਿਆ, ਸੀਨੀਅਰਸ ਵੱਲੋਂ, ਕਿ ਇਹ ਕਿਸੇ ਦੀ ਧੀ ਹੈ, ਇਹਨੂੰ ਨਹੀਂ ਦਿਖਾਉਣਾ ਜੀ। ਔਰ ਸਾਰੇ ਮੀਡੀਆ ਨੂੰ ਕਿਹਾ ਵੀ ਇਹ ਬੱਚੀ ਨੂੰ ਜਾਣ ਦਿਓ ਯਾਰ। ਮੁੰਡਿਆਂ ਨੂੰ ਉੱਥੇ ਰੱਖ ਲਿਆ, ਖੜਾ ਲਿਆ। ਨਹੀਂ ਤਾਂ ਦੱਸੋ ਮੈਨੂੰ ਦੁਨੀਆ ਦਾ ਕਿਹੜਾ ਐਜੀਟੇਸ਼ਨ ਹੋਊਗਾ ਜਿੱਥੇ ਢਾਲ ਲਾਉਣ ਕੋਈ ਆਇਆ ਹੋਵੇ, ਜਿੱਥੇ ਇਹੋ ਜੀ ਕੋਈ ਹਰਕਤ ਕਰਨ ਆਇਆ ਹੋਵੇ ਤੇ ਉਹਨੂੰ ਕਹਿ ਦਿੱਤਾ ਹੋਵੇ ਵੀ ਨਹੀਂ ਯਾਰ ਕੁੜੀ ਹੈ, ਜੇ ਇਹਦੀ ਇਹੋ ਜੀ ਕੋਈ ਫੋਟੋ ਜਾਂ ਇਹੋ ਜਿਹਾ ਕੁਝ ਦੁਨੀਆ 'ਚ ਜਾਊਗਾ ਤੇ ਕਿਸੇ ਦੀ ਧੀ ਹੈ ਯਾਰ, ਇਹਨੂੰ ਛੱਡ ਦਿਓ। ਔਰ ਉਹਨੂੰ ਬੱਚੀ ਨੂੰ ਛੱਡ ਦਿੱਤਾ ਗਿਆ। ਔਰ ਫਿਰ ਉਹੀ ਕੁੜੀ ਬਾਅਦ ਦੇ ਵਿੱਚ ਟਿੱਕਰੀ ਤੇ ਦੁਬਾਰਾ ਫੜੀ ਗਈ। ਉਹ ਪਹਿਲਾਂ ਸਿੰਘੂ ਦੀ ਗੱਲ ਕਰ ਰਹੇ ਹਾਂ, ਟਿੱਕਰੀ ਬਾਰਡਰ ਤੇ ਦੁਬਾਰਾ ਫੜੀ ਗਈ ਔਰ ਫਿਰ ਉੱਥੇ ਵੀ ਛੱਡਤਾ ਉਹਨਾਂ ਨੇ ਕਿ ਬੇਟਾ ਤੂੰ ਜਾ, ਲੇਕਿਨ ਆਈ ਨਾ ਅੱਜ ਤੋਂ ਬਾਅਦ। ਔਰ ਇਸ ਤਰ੍ਹਾਂ ਦੀਆਂ ਹਰਕਤਾਂ ਰਿਪੀਟਡਲੀ ਹੁੰਦੀਆਂ ਰਹੀਆਂ। RSS ਦਾ ਇੱਕ ਏਜੰਟ ਪਾ ਦਿੱਤਾ ਗਿਆ, ਉਹ ਅਸੀਂ ਫੜਿਆ, ਉਹ ਬਹੁਤ ਵਾਇਰਲ ਹੋਇਆ, ਜਿਹਨੇ ਮੰਨਿਆ ਕਿ ਮੈਨੂੰ ਟ੍ਰੇਨਿੰਗ ਦਿੱਤੀ ਗਈ, ਇੱਥੇ ਆ ਕੇ ਮੈਂ ਕਾਗਜ਼ ਫੜਾਉਣੇ ਸੀ। ਕਿੰਨੇ ਬੰਦੇ ਚੋਰੀਆਂ ਕਰਨ ਵਾਲੇ ਫੜੇ ਗਏ, ਉਹਨਾਂ ਨੂੰ ਛੱਡ ਦਿੱਤਾ ਗਿਆ। ਕਿਸੇ ਨਾਲ ਕਦੇ ਬਦਤਮੀਜ਼ੀ ਨਹੀਂ, ਡਰੱਗ ਤੱਕ ਵਿਕਾਉਣ ਦੀ ਕੋਸ਼ਿਸ਼। ਇੱਕ ਦਿਨ ਬੰਦਾ ਫੜਿਆ ਸੀ ਜੋ ਚਿੱਟਾ ਵੇਚਣ ਉੱਥੇ ਆ ਗਿਆ ਸੀਗਾ, ਕਿਤੇ ਸ਼ਾਇਦ ਉਹ ਕਵਰ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਹੋਣ ਵੀ ਇੱਥੇ ਨਸ਼ਾ, ਕਿਤੇ ਪੰਜਾਬ ਦੇ ਮੁੰਡੇ ਨਸ਼ਾ ਹੀ ਕਰੀ ਜਾਂਦੇ ਆ। ਉਹਨੂੰ ਅਸੀਂ ਤੋੜ ਕੇ ਆਏ ਬਾਹਰ ਜਾ ਕੇ। ਉਹਨੂੰ ਜਿਹੜੇ ਵਲੰਟੀਅਰ ਸੀ ਬਕਾਇਦਾ, ਪੂਰਾ ਠੰਡ ਦੀ ਉਹ ਰਾਤ, ਮੈਨੂੰ ਹੁਣ ਦਿਨ ਨਹੀਂ ਯਾਦ ਉਹ ਕਿਹੜਾ ਸੀਗਾ, ਧੁੰਦ ਪੈਂਦੀ ਸੀ, ਉਹਨੂੰ ਬਾਹਰ ਤੇ ਛੱਡ ਕੇ ਆਏ ਕਿ ਹੁਣ ਤੂੰ ਇੱਥੇ ਆਈ ਨਾ, ਤੈਨੂੰ ਕਹਿਣਾ ਕੁਛ ਨਹੀਂ ਪਰ ਤੂੰ ਇੱਥੋਂ ਚਲਾ ਜਾ। ਸ਼ਰਾਬ ਵੰਡਦੇ ਹੋਏ ਬੰਦੇ ਫੜ ਲਏ। ਲੱਖਾ ਸਿਧਾਣਾ ਦੀ ਇੱਕ ਵੀਡੀਓ ਪਈ ਹੋਣੀ, ਉਸ ਰਾਤ ਅਸੀਂ ਉਹ ਸਟੇਜ ਤੋਂ ਥੋੜੀ ਜੀ ਦੂਰੀ ਤੇ ਸੀਗੇ, ਉਦੋਂ ਹਾਲੇ ਇੰਨਾ ਤਾਮਝਾਮ, ਇੰਨਾ ਮੇਲਾ ਜਿਹੜਾ ਉਹ ਭਖਿਆ ਨਹੀਂ ਸੀਗਾ, ਤੇ ਉਦੋਂ ਉਹ ਬੰਦੇ ਫੜੇ, ਉਹਨਾਂ ਨੇ ਸ਼ਰਾਬ ਦੇ ਜਿਹੜੇ ਉਹਨਾਂ ਦੇ ਬੈਗ ਸੀਗੇ ਉਹ ਛੱਡ ਕੇ ਭੱਜ ਗਏ। ਪੁਲਿਸ ਵਾਲਾ ਬੁਲਾਇਆ, ਪੁਲਿਸ ਮੰਨਣ ਨੂੰ ਇਨਕਾਰੀ ਹੋ ਗਈ, ਕਾਰਵਾਈ ਨਹੀਂ ਕੀਤੀ ਕੋਈ। ਛੋਟੇ ਪਊਏ ਲੈ ਕੇ ਉਹ ਉੱਥੇ ਵੇਚਦੇ ਸੀ। ਸੋ ਇਹੋ ਜਿਹੀਆਂ ਬਹੁਤ ਚੀਜ਼ਾਂ ਹੋਈਆਂ, ਪਰ ਸੰਘਰਸ਼ ਬੜਾ ਚੜ੍ਹਦੀ ਕਲਾ 'ਚ ਹੈ ਔਰ ਇਹ ਬਿੱਲ ਵਾਪਸ ਕਰਾ ਕੇ ਮੁੜਨਗੇ, ਐਵੇਂ ਆਉਣਾ ਨਹੀਂ ਹੈ। ਮੱਕੜ ਸਾਹਿਬ, ਚੁਣੌਤੀਆਂ ਦੀ ਗੱਲ ਕਰ ਰਹੇ ਹਾਂ ਤੇ ਇਹ ਜਿਹੜੀਆਂ ਤੁਸੀਂ ਚੀਜ਼ਾਂ ਦੱਸੀਆਂ ਇਹ ਵੀ ਚੁਣੌਤੀਆਂ ਹੈਗੀਆਂ। ਔਰ ਬਿਨਾਂ ਸ਼ੱਕ ਕਹਿੰਦੇ ਇਹ ਆਮ ਇੱਕ ਕਹਾਵਤ ਬਣੀ ਹੋਈ ਹੈ, ਕਹਿੰਦੇ ਭੀੜਾਂ ਦਾ ਕਦੇ ਦਿਮਾਗ ਨਹੀਂ ਹੁੰਦਾ। ਪਰ ਇਹ ਜਿਹੜਾ ਇਕੱਠ ਗਿਆ ਹੈਗਾ ਤੇ ਔਰ ਇੰਨੇ ਸੋਹਣੇ ਡਿਸਿਪਲਿਨ ਦੇ ਨਾਲ, ਏਕੇ ਦੇ ਨਾਲ, ਕਿ ਲੱਖਾਂ ਕਰੋੜਾਂ ਲੋਕਾਂ ਦੀ ਜ਼ੁਬਾਨ ਇੱਕ ਹੀ ਹੋਈ ਲੱਗਦੀ ਹੈ ਨਾ, ਉਸ ਦੇ ਦੌਰਾਨ ਜਿਹੜੀਆਂ ਚੀਜ਼ਾਂ ਹੋਈਆਂ, ਜਿਵੇਂ ਤੁਸੀਂ ਪਹਿਲਾਂ ਇੱਕ ਇਸ਼ਾਰਾ ਕੀਤਾ ਵੀ 26 ਤੋਂ ਬਾਅਦ ਜਿਹੜੀਆਂ ਚੀਜ਼ਾਂ ਵਿਗੜੀਆਂ ਪੂਰੇ ਤਰੀਕੇ ਨਾਲ ਠੀਕ ਨਹੀਂ ਹੋਈਆਂ। ਇੰਨੀਆਂ ਚੁਣੌਤੀਆਂ ਦੇ ਵਿੱਚ ਬਿਨਾਂ ਸ਼ੱਕ ਇੱਕ ਪ੍ਰੈਸ਼ਰ ਜਿਹੜਾ ਆਗੂਆਂ ਦੇ ਉੱਤੇ ਵੀ ਬਿਲਡਅਪ ਹੋਇਆ ਤੇ ਨੌਜਵਾਨਾਂ ਨੂੰ ਜਿਹੜਾ ਸਰਕਾਰ ਦੀ ਵੀ ਕੋਸ਼ਿਸ਼ ਆ ਕਿ ਉਹਨਾਂ ਦਾ ਅਕਸ ਜਿਹੜਾ ਖਰਾਬ ਕੀਤਾ ਜਾਵੇ।
ਇਹ ਚੀਜ਼ਾਂ ਨੂੰ ਕਿੰਨਾ ਸੰਭਾਲਣ ਦੀ ਲੋੜ ਆ? ਤੁਹਾਨੂੰ ਕੀ ਲੱਗਦਾ ਕਿ ਇਹ ਜਿਹੜੇ ਆਗੂ ਹੈਗੇ ਆ ਜਾਂ ਨੌਜਵਾਨਾਂ ਦਾ ਜੋਸ਼ ਹੈ, ਨੌਜਵਾਨਾਂ ਦਾ ਜੋਸ਼ ਜਿਹੜਾ ਐਕਸ਼ਨ ਲੱਭਦਾ, ਤੇ ਆਗੂ ਜਿਹੜੇ ਉਹ ਫੂਕ ਫੂਕ ਕੇ ਕਦਮ ਰੱਖ ਰਹੇ ਆ ਕਿਉਂਕਿ 100 ਦਿਨ ਪੂਰਾ ਹੋ ਗਿਆ ਤੇ ਹੁਣ ਅਸੀਂ ਖਾਲੀ ਝੋਲੀ ਵਾਪਸ ਨਹੀਂ ਆ ਸਕਦੇ। ਇਹਨਾਂ ਚੀਜ਼ਾਂ ਦੇ ਦੌਰਾਨ, ਏਡੀਆਂ ਚੁਣੌਤੀਆਂ ਦੇ ਦੌਰਾਨ ਦੋਨਾਂ ਧਿਰਾਂ ਨੂੰ ਖਿਆਲ ਰੱਖਣ ਦੀ ਕਿੰਨੀ ਜ਼ਰੂਰਤ ਹੈ? ਦੇਖੋ, ਮੈਂ ਇਹ ਸੋਚਦਾ, ਮੈਨੂੰ ਅਫਸੋਸ ਹੈ ਕਿ ਤੁਹਾਨੂੰ ਇਹ ਸਵਾਲ ਵੀ ਕਰਨਾ ਪੈ ਰਿਹਾ ਵੀ ਦੋ ਧਿਰਾਂ ਹੋ ਚੁੱਕੀਆਂ ਜੀ। ਸਾਡੀ ਇਹ ਤਰਾਸਦੀ ਹੈ। ਮੇਰਾ ਇਹ ਓਪੀਨੀਅਨ ਹੈ, ਮੈਂ ਅੱਜ ਵੀ ਇਹ ਗੱਲ ਮੰਨਦਾ ਕਿ ਜੇ ਦੋ ਧਿਰਾਂ ਹੈ ਤਾਂ ਉਹ ਦੋ ਧਿਰਾਂ ਆਪਸ 'ਚ ਦੁਬਾਰਾ ਇੱਕ ਹੋਣ। ਸੰਘਰਸ਼ ਦੀ ਪਹਿਲੀ ਮੰਗ ਇਹ ਹੈ ਜੀ 26 ਤੋਂ ਪਹਿਲਾਂ ਜੇ ਸਟੇਜ ਤੋਂ ਕੁਝ ਬੋਲਿਆ ਜਾਂਦਾ ਜਾਂ ਸਟੇਜ ਦੇ ਥੱਲੋਂ ਕੋਈ ਇੰਟਰਵਿਊਜ਼ 'ਚ ਬੋਲਿਆ ਜਾਂਦਾ ਸੀ ਤਾਂ ਉਹ ਇੱਕੋ ਇੱਕ ਟੀਚਾ ਸੀਗਾ, ਉਹ ਸਰਕਾਰ ਦੇ ਖਿਲਾਫ ਇਹਨਾਂ ਬਿੱਲਾਂ ਨੂੰ ਰੱਦ ਕਰਾਉਣ ਦੀ ਮੰਗ ਹੁੰਦੀ ਸੀਗੀ। ਉਹ ਭਾਵੇਂ ਰਾਜੇਵਾਲ ਸਾਹਿਬ, ਡੱਲੇਵਾਲ ਸਾਹਿਬ, ਚੜੂਨੀ ਸਾਹਿਬ, ਇਹਨਾਂ तमाम ਲੋਕਾਂ ਦੀਆਂ ਸਪੀਚਾਂ ਚੱਕ ਲਓ, ਭਾਵੇਂ ਤੁਸੀਂ ਰਜਿੰਦਰਦੀਪ ਸਿੰਘ ਵਾਲੇ ਦੀ ਸਪੀਚ ਚੱਕ ਲਓ, ਤੇ ਭਾਵੇਂ ਤੁਸੀਂ ਦੀਪ ਸਿੱਧੂ, ਲੱਖੇ ਸਿਧਾਣੇ, ਨਵਦੀਪ ਦੀ ਸਪੀਚ ਚੱਕ ਲਓ, ਇੱਕੋ ਆਵਾਜ਼ ਹੁੰਦੀ ਸੀ। ਤਰੀਕੇ ਵੱਖਰੇ ਹੋ ਸਕਦੇ ਸੀ, ਆਵਾਜ਼ ਇਹ ਹੁੰਦੀ ਸੀ ਵੀ ਇਹ ਬਿੱਲ ਰੱਦ ਕਰੋ, ਇਸ ਤੋਂ ਘੱਟ ਸਾਨੂੰ ਕੁਝ ਮਨਜ਼ੂਰ ਨਹੀਂ ਹੈ, ਬਿੱਲ ਰੱਦ ਕਰਾ ਕੇ ਹੀ ਵਾਪਸ ਜਾਵਾਂਗੇ। ਉਹ ਨੌਜਵਾਨ ਹੋਵੇ, ਬਜ਼ੁਰਗ ਹੋਵੇ, ਬੀਬੀ, ਮਾਤਾ, ਭੈਣ, ਉਗਰਾਹਾਂ ਸਾਹਿਬ ਦੀਆਂ ਸਪੀਚਾਂ ਚੱਕ ਲਓ ਤੁਸੀਂ, तमाम ਸਪੀਚਾਂ 'ਚ ਇਹੀ ਚਰਚਾ ਹੁੰਦੀ ਸੀ। ਜੇ ਅਸੀਂ ਬਤੌਰ ਮੀਡੀਆ ਕੋਈ ਹੋਰ ਸਵਾਲ ਵੀ ਕਰਦੇ ਸੀ ਰਮਨ, ਤੇ ਲੋਕ ਲਾਂਤਾ ਪਾਉਂਦੇ ਸੀ ਕਿ ਸੰਘਰਸ਼ ਤੋਂ ਆਸੇ-ਪਾਸੇ ਹੋ ਕੇ ਸਵਾਲ ਨਾ ਕਰ, ਸੰਘਰਸ਼ ਨੂੰ ਤੋੜਨ ਦੀ ਕੋਸ਼ਿਸ਼ ਨਾ ਕਰ। ਔਰ ਅਸੀਂ ਬਹੁਤ ਜਾਣਿਆਂ ਨੂੰ ਇਹ ਗੱਲ, ਮੈਂ ਪਰਸਨਲੀ ਇਹ ਗੱਲ ਕਹੀ ਕਿ ਪੱਤਰਕਾਰੀ ਦੇ ਐਥਿਕਸ ਨੂੰ ਬਹੁਤ ਵਾਰੀ ਇਸ ਕਰਕੇ ਕੰਪਰੋਮਾਈਜ਼ ਕੀਤਾ ਕਿ ਸੰਘਰਸ਼ ਨਾ ਕਿਤੇ ਖਰਾਬ ਹੋ ਜਾਏ। ਬਹੁਤ ਵਾਰੀ ਇਸ ਤਰ੍ਹਾਂ ਹੋਇਆ ਕਿ ਸਵਾਲ ਕਰਨੇ ਬਣਦੇ ਸੀ ਪਰ ਸਵਾਲ ਨਹੀਂ ਕੀਤੇ। ਬਹੁਤ ਆਗੂਆਂ ਨੂੰ ਵੀ ਔਰ ਨੌਜਵਾਨਾਂ ਨੂੰ ਵੀ ਪਰ ਨਹੀਂ ਕੀਤੇ ਕਿ ਏਕਾ ਰਹੇ ਕਿ ਸੰਘਰਸ਼ ਸਾਰਿਆਂ ਦਾ ਹੈ, ਪੰਜਾਬ ਦਾ ਹੈ, ਸਾਡਾ ਆਪਣਾ ਸੰਘਰਸ਼ ਹੈ। ਪਰ 26 ਤੋਂ ਬਾਅਦ ਕੀ ਹੋਇਆ? ਸਪੀਚਾਂ ਹੁਣ ਸਾਰਿਆਂ ਦੀਆਂ ਚੱਕੋ ਤੁਸੀਂ ਜੀ। ਉਹ ਕਿੱਥੇ ਗਈਆਂ ਗੱਲਾਂ ਕਿ ਅਸੀਂ ਬਿੱਲ ਰੱਦ ਕਰਾਉਣੇ ਆ? ਮੋਦੀ ਸਰਕਾਰ ਦੇ ਖਿਲਾਫ ਜੋ ਅਸੀਂ ਜੋ ਸਾਰਿਆਂ ਨੇ ਆਵਾਜ਼ ਚੁੱਕੀ, ਜੋ ਸਰਕਾਰ ਦੀਆਂ ਮਾੜੀਆਂ ਨੀਤੀਆਂ ਨੂੰ ਉਜਾਗਰ ਕਰਦੀਆਂ ਸਪੀਚਾਂ ਸੀਗੀਆਂ, ਜੋ ਇੱਕੋ ਟੀਚਾ ਸੀਗਾ, ਤਰੀਕੇ ਵੱਖਰੇ ਸੀਗੇ, ਉਹ ਸਭ ਖਤਮ ਹੋ ਗਿਆ। ਹੁਣ ਇੱਕ ਦੂਜੇ ਦੇ ਖਿਲਾਫ ਬੋਲਿਆ ਜਾ ਰਿਹਾ ਹੈ। ਇਹੀ ਤਾਂ ਸਰਕਾਰ ਚਾਹੁੰਦੀ ਸੀ, ਇਹੀ ਤਾਂ ਸਰਕਾਰ ਮੰਗਦੀ ਸੀ ਕਿ ਇਹ ਆਪਸ 'ਚ ਲੜਨ। ਸਰਕਾਰ ਨੇ ਹਰ ਹੀਲਾ ਵਰਤਿਆ ਰਮਨ। ਸਰਕਾਰ ਨੇ ਇਹਨੂੰ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਕੀਤੀ, ਪਰ ਜੇ ਉੱਥੇ ਮਹਾਰਾਜ ਦਾ ਸਰੂਪ ਤੇ ਅਖੰਡ ਪਾਠ ਸਾਹਿਬ ਸੀ ਤੇ ਨਾਲ ਹਵਨ ਵੀ ਹੋਏ ਉੱਥੇ ਈਸਾਈ ਭਾਈਚਾਰੇ ਤੋਂ ਭੈਣਾਂ ਆਈਆਂ, ਫਾਦਰ ਸਿਸਟਰ ਜਿਹੜੇ ਉਹ ਆਏ ਆ, ਉਹ ਆਪਦਾ ਉੱਥੇ ਪਾਠ ਕਰਕੇ ਗਏ। ਮੁਸਲਮਾਨ ਭਰਾਵਾਂ ਨੇ ਲੰਗਰ ਹਾਲਾਂ 'ਚ ਬਹਿ ਕੇ ਨਮਾਜ਼ਾਂ ਕੀਤੀਆਂ। ਉੱਥੇ ਸ਼ਾਮ ਨੂੰ ਮੇਨ ਸਟੇਜ ਤੋਂ ਨਮਾਜ਼ ਹੁੰਦੀ, ਤੁਸੀਂ ਦੇਖੋ ਨਮਾਜ਼ ਅਤਾ ਹੁੰਦੀ ਰਹੀ ਉੱਥੋਂ। ਤਾਂ ਉਹ ਡੈਮੋਕ੍ਰੇਸੀ ਤੇ ਭਾਰਤ ਤਾਂ ਉਸ ਐਜੀਟੇਸ਼ਨ 'ਚ ਵਸਦਾ ਹੈ, ਲੋਕਤੰਤਰ ਤਾਂ ਉਸ ਐਜੀਟੇਸ਼ਨ 'ਚ ਵਸਦਾ ਹੈ। ਸੈਕੂਲਰ ਸ਼ਬਦ 1976 ਦੀ ਅਮੈਂਡਮੈਂਟ 'ਚ ਸਾਡੇ ਕਨਸਟੀਟਿਊਸ਼ਨ 'ਚ ਸੈਕੂਲਰ ਸ਼ਬਦ ਆਇਆ ਸੀਗਾ। ਉਹ ਸੈਕੂਲਰਿਜ਼ਮ ਉੱਥੇ ਜਾ ਕੇ ਪਤਾ ਲੱਗੀ। ਸਰਕਾਰ ਦਾ ਇਹ ਪੈਂਤੜਾ ਫੇਲ ਹੋ ਗਿਆ ਜੋ ਪੂਰੇ ਦੇਸ਼ 'ਚੋਂ ਕਰਦੇ ਆਏ ਸੀਗੇ। ਸਰਕਾਰ ਨੇ ਉਦੋਂ ਬਾਅਦ ਖਾਲਿਸਤਾਨੀ ਤੇ ਮਾਓਵਾਦੀ ਉਹ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਕਾਮਰੇਡ ਪੰਥਕ ਦੀ ਲੜਾਈ 'ਚ ਪੈ ਜਾਣ ਤੇ ਲੜ ਲੈਣ। ਕਾਮਯਾਬ ਨਹੀਂ ਹੋਇਆ, 26 ਤੱਕ ਨਹੀਂ ਹੋਇਆ ਇਹ। ਸਰਕਾਰ ਨੇ ਜ਼ੋਰ ਲਾਇਆ, ਸਰਕਾਰ ਨੇ ਆਪਦੇ ਏਜੰਟ ਪਾਤੇ, ਬਦਨਾਮ ਕਰਨ ਵਾਸਤੇ 100 ਟੀਚੇ ਵਰਤ ਲਏ, ਏਜੰਸੀਆਂ ਨੇ ਬਹੁਤ ਕੁਝ ਕਰ ਲਿਆ। ਵਿੱਚ ਜਿੱਦਾਂ ਮੈਂ ਤੁਹਾਨੂੰ ਦੱਸਿਆ, ਕੁੜੀ ਮੁੰਡੇ ਕੋਈ ਕੰਪਰੋਮਾਈਜ਼ਿੰਗ ਹਾਲਾਤਾਂ 'ਚ ਫੜੇ ਗਏ, ਤਸ਼ੱਦਦ ਕਰ ਲਿਆ ਯਾਰ, ਕੁੱਟ ਮਾਰ ਲਏ ਲੋਕ, ਕਿੱਲਾਂ ਲਾਤੀਆਂ, ਗੱਡਤੀਆਂ, ਸਭ ਕੁਝ ਕਰ ਲਿਆ। 26 ਤੋਂ ਬਾਅਦ ਬਿਨਾਂ ਕੁਝ ਕੀਤਿਆਂ ਸਰਕਾਰ ਅੱਜ ਪੂਰੀ ਖੁਸ਼ ਹੈ ਕਿ ਹੁਣ ਇਹ ਆਪਸ 'ਚ ਲੜ ਰਹੇ। ਸਾਡਾ ਸਾਰਾ ਕੀਤਾ ਕਰਾਇਆ ਖੂਹ 'ਚ ਰਿਹਾ ਸੀਗਾ, ਇਹਨਾਂ ਨੇ ਇੱਕ ਹੋ ਕੇ ਏਕੇ ਦਾ ਸਬੂਤ ਦਿੱਤਾ ਸੀ, ਪਰ ਹੁਣ ਇਹ ਆਪਸ 'ਚ ਹੀ ਲੜੀ ਜਾਂਦੇ। ਤਾਂ ਦੇਖੋ, ਬਹੁਤ ਸਾਰੇ ਲੋਕਾਂ ਨੂੰ ਨਹੀਂ ਚੰਗੀਆਂ ਲੱਗਣਗੀਆਂ, ਮੈਨੂੰ ਪਰਵਾਹ ਨਹੀਂ ਉਸ ਗੱਲ ਦੀ ਇਹ ਗੱਲ, ਪਰ ਸਾਨੂੰ ਇੱਕ ਹੀ ਹੋਣਾ ਪੈਣਾ, ਇੱਕ ਰਹਿਣਾ ਪੈਣਾ, ਤਾਂ ਹੀ ਇਹ ਸੰਘਰਸ਼ ਸਾਡਾ ਹੈ। ਜੇ ਇੱਕ ਬੰਦਾ ਵੀ ਨਿਰਾਸ਼ਾ 'ਚ ਹੈ ਨਾ, ਇੱਕ ਬੰਦਾ ਵੀ ਉੱਥੇ ਮਹਿਸੂਸ ਕਰਕੇ ਘਰ ਜਾ ਕੇ ਬੈਠ ਗਿਆ ਵੀ ਨਹੀਂ ਪਹਿਲਾਂ ਵਰਗੀ ਗੱਲ ਨਹੀਂ, ਤਾਂ ਯਕੀਨ ਮੰਨੋ ਸਾਡੀ ਕੋਈ ਕਮੀ ਹੈ ਤਾਂ ਹੀ ਇਹ ਗੱਲ ਹੋ ਰਹੀ ਹੈ। ਤਾਂ ਆਗੂਆਂ ਨੂੰ ਵੀ ਨਾਲ ਲੈ ਕੇ ਚੱਲਣਾ ਪਊਗਾ ਤੇ ਨੌਜਵਾਨਾਂ ਨੂੰ ਵੀ ਇਹ ਘਮੰਡ ਨਹੀਂ ਹੋਣਾ ਚਾਹੀਦਾ ਵੀ ਸਾਡੇ ਨਾਲ ਦੇਖੋ ਹਜ਼ਾਰਾਂ ਬੰਦਾ ਹੈ, ਇਹ ਵੀ ਗਲਤ ਹੈ।
ਮਗਰ ਸਭ ਤੁਹਾਡੀ ਇਸੇ ਗੱਲ ਦੇ ਨਾਲ ਹੀ ਮੈਂ ਜੋੜਨਾ ਚਾਹੁੰਦੀ ਹਾਂ ਕਿ ਜਦੋਂ ਆਮ ਆਫ ਕੈਮਰਾ ਵਿਚਰੀਦਾ ਲੋਕਾਂ ਦੇ ਨਾਲ, ਕਿਉਂਕਿ ਸਾਰਾ ਦਿਨ ਉੱਥੇ ਰਹਿਣਾ ਹੁੰਦਾ ਹੈ, ਤੇ ਇਦਾਂ ਦੀਆਂ ਗੱਲਾਂ ਵੀ ਸੁਣਨ ਨੂੰ ਮਿਲਦੀਆਂ ਹੈਗੀਆਂ ਕਿ 26 ਨੂੰ ਜੋ ਕੁਝ ਵੀ ਹੋ ਗਿਆ ਉਹਨੂੰ ਅਵੋਇਡ ਕਰਦੇ ਹੋਏ ਲੋਕ ਕਹਿੰਦੇ ਆ ਕਿ ਜਿਸ ਤਰੀਕੇ ਨਾਲ ਨਵਰੀਤ ਵਾਲਾ ਮਸਲਾ ਹੋਇਆ ਸੀ, ਜਾਂ ਸਾਡੇ ਜਿਹੜੇ ਆ ਸ਼ਾਂਤਮਈ ਲੋਕ ਬੈਠੇ ਹੋਏ ਆ ਪਿੱਛੇ ਸਿੰਘ ਬਾਰਡਰ ਦੀ ਸਟੇਜ ਦੇ ਉੱਤੇ ਬੈਠੇ ਹੋਏ ਲੋਕਾਂ ਦੇ ਉੱਤੇ ਹਮਲਾ ਹੋਇਆ, ਇਹਨਾਂ ਚੀਜ਼ਾਂ ਨੂੰ ਲੈ ਕੇ ਅਸੀਂ ਵਾਪਸ ਸਰਕਾਰ ਦੇ ਉੱਤੇ ਹਾਵੀ ਹੋ ਸਕਦੇ ਸੀ ਜਦੋਂ ਪੂਰਾ ਸੰਸਾਰ ਸਾਡੀ ਗੱਲ ਸੁਣ ਰਿਹਾ। ਇਹ ਲੋਕਾਂ ਨੂੰ ਲੱਗਦਾ ਕਿ ਉੱਥੇ ਕਿਤੇ ਗਲਤੀ ਹੋਈ, ਤੁਹਾਡੀ ਨਜ਼ਰ 'ਚ ਵੀ ਲੱਗਦਾ ਤੁਹਾਨੂੰ ਵੀ ਉੱਥੇ ਕਿਤੇ ਨਾ ਕਿਤੇ ਸਾਡੇ ਲੋਕਾਂ ਤੋਂ ਗਲਤੀ ਹੋਈ, ਅਸੀਂ ਹਾਵੀ ਹੋ ਸਕਦੇ ਸੀ ਸਰਕਾਰ ਨੂੰ ਇਹਨਾਂ ਗੱਲਾਂ ਨੂੰ ਲੈ ਕੇ? ਬਹੁਤ ਸਾਰੀਆਂ ਗਲਤੀਆਂ ਹੋਈਆਂ, ਪਰ ਏਡੇ ਵੱਡੇ ਸੰਘਰਸ਼ 'ਚ ਗਲਤੀਆਂ ਹੋ ਜਾਂਦੀਆਂ ਰਮਨ, ਲੇਕਿਨ ਗਲਤੀਆਂ ਤੋਂ ਸਿੱਖ ਕੇ ਉਹਨੂੰ ਸਮਝ ਕੇ ਇੰਨਾ ਕੀ ਤੁਹਾਡੇ ਤੁਸੀਂ ਹੰਕਾਰੀ ਹੋ ਗਏ ਹੋ ਕਿ ਤੁਸੀਂ ਆਪਣੀਆਂ ਗਲਤੀਆਂ ਨੂੰ ਪਿੱਛੇ ਛੱਡ ਕੇ ਦੁਬਾਰਾ ਚੀਜ਼ਾਂ ਨੂੰ ਠੀਕ ਨਹੀਂ ਕਰਨਾ ਚਾਹੁੰਦੇ। ਟੀਚਾ ਤਾਂ ਸਾਰਿਆਂ ਦਾ ਇੱਕ ਹੈ ਨਾ, ਜਿਹਦਾ ਟੀਚਾ ਨਹੀਂ ਹੈਗਾ ਬਿੱਲ ਰੱਦ ਕਰਾਉਣੇ ਉਹਨੂੰ ਕਰ ਦੋ ਬਾਹਰ। ਜਿਹਦਾ ਟੀਚਾ ਕੁਝ ਹੋਰ ਹੈ, ਜੇ ਕੋਈ ਸਾਬਤ ਹੁੰਦਾ ਵੀ ਇਸ ਬੰਦੇ ਦਾ ਟੀਚਾ ਕੁਝ ਹੋਰ ਹੈ, ਉਹਨੂੰ ਪਾਸੇ ਕਰ ਦਿਓ ਤੁਸੀਂ, ਨਾ ਉਹਨੂੰ ਲਿਆਓ, ਉਹਨੂੰ ਐਕਸਪੋਜ਼ ਕਰੋ। ਜੇ ਤੁਸੀਂ ਕਿਸੇ ਨੂੰ ਐਕਸਪੋਜ਼ ਨਹੀਂ ਕਰ ਪਾ ਰਹੇ ਔਰ ਤੁਸੀਂ ਸਿਰਫ ਬਿਆਨਬਾਜ਼ੀਆਂ ਦੇ ਕੇ ਤੁਸੀਂ ਮਾੜਾ ਚੰਗਾ ਕਿਸੇ ਨੂੰ ਕਹਿਣਾ ਹੈ, ਕੋਈ ਵੀ ਹੋਵੇ, ਉਹ ਭਾਵੇਂ ਉਹ ਆਗੂਆਂ ਦੇ ਖਿਲਾਫ ਵੀ ਹੋਵੇ। ਮੈਂ ਦੇਖਿਆ ਇਹਨੂੰ ਪੰਥਕ ਕਾਮਰੇਡ ਦੀ ਲੜਾਈ ਬਣਾਤੀ ਜੀ, ਬਲਬੀਰ ਸਿੰਘ ਰਾਜੇਵਾਲ ਨੂੰ ਟਾਰਗੇਟ ਕੀਤਾ ਜਾਂਦਾ ਹੈ, ਦੀਪ ਸਿੱਧੂ ਤੇ ਲੱਖੇ ਸਿਧਾਣੇ ਨੂੰ ਵੀ ਟਾਰਗੇਟ ਕੀਤਾ ਜਾਂਦਾ ਹੈ ਜੀ, ਰਜਿੰਦਰਦੀਪ ਸਿੰਘ ਵਾਲਾ ਨੂੰ ਬਹੁਤ ਟਾਰਗੇਟ ਕੀਤਾ ਜਾਂਦਾ ਹੈ। ਇਹ ਬੰਦ ਹੋਣਾ ਚਾਹੀਦਾ ਹੈ ਜੀ। ਮੈਂ ਨਹੀਂ ਕਹਿ ਰਿਹਾ ਕਿ ਕੌਣ ਠੀਕ ਹੈ ਕੌਣ ਗਲਤ ਹੈ, ਕਿ ਰਜਿੰਦਰਦੀਪ ਸਿੰਘ ਵਾਲਾ ਬਲਬੀਰ ਸਿੰਘ ਰਾਜੇਵਾਲ ਦੇ ਉੱਤੇ ਜਿਹੜੇ ਦੋਸ਼ ਲੱਗਦੇ ਆ ਉਹ ਠੀਕ ਨੇ ਜਾਂ ਗਲਤ ਨੇ, ਜਾਂ ਦੀਪ ਦੇ ਉੱਤੇ ਲੱਖੇ ਦੇ ਉੱਤੇ ਦੋਸ਼ ਲੱਗਦੇ, ਇਹ ਚਾਰਾਂ ਚੀਜ਼ਾਂ ਖਤਮ ਹੋਣੀਆਂ ਚਾਹੀਦੀਆਂ। ਜਦੋਂ ਅਸੀਂ ਕਹਿ ਰਹੇ ਹਾਂ ਸੰਘਰਸ਼ ਵੱਡਾ ਹੈ, ਜਦੋਂ ਅਸੀਂ ਕਹਿ ਰਹੇ ਹਾਂ ਕਿ ਬਿੱਲ ਰੱਦ ਕਰਾਉਣੇ ਹੀ ਉਹਨਾਂ ਦੀ ਮੰਗ ਹੈ, ਬਿੱਲ ਰੱਦ ਕਰਾਉਣੇ ਹੀ ਇਹਨਾਂ ਦੀ ਮੰਗ ਹੈ, ਤਾਂ ਕਾਮਨ ਤੁਹਾਡੇ ਕੋਲੇ ਕਾਮਨ ਪ੍ਰੋਗਰਾਮ ਹੈ ਨਾ ਇੱਕ, ਵੀ ਅਸੀਂ ਕਰਨਾ ਕੀ ਹੈ, ਤਾਂ ਫਿਰ ਇਸ ਚੀਜ਼ ਨੂੰ ਛੱਡੋ। ਤੁਹਾਨੂੰ ਤੁਰੰਤ ਇਹ ਚੀਜ਼ ਵਿਚਾਰਨੀ ਪੈਣੀ ਹੈ। ਜੇ ਮੈਂ ਪਹਿਲਾਂ ਇਹ ਗੱਲ ਜਦੋਂ ਪ੍ਰੋਗਰਾਮ ਸ਼ੁਰੂ ਹੋਇਆ ਕਿਹਾ ਵੀ ਅੱਜ ਬਹੁਤ ਵੱਡਾ ਇਕੱਠ ਸੀ, ਅੱਜ ਸਭ ਕੁਝ ਹੋਇਆ, ਲੋਕਾਂ ਦੇ ਵਿੱਚ ਜਾਨ ਦੁਬਾਰਾ ਹੈ, ਲੇਕਿਨ ਹੈਵਿੰਗ ਸੈਡ ਦੈਟ, ਤੁਹਾਨੂੰ ਜੇ ਕੋਈ ਇੱਕ ਬੰਦਾ ਵੀ ਪਿੱਛੇ ਗਿਆ ਉਹਨੂੰ ਮੋੜ ਕੇ ਲਿਆਓ ਵਾਪਸ। ਜਿਹੜੀ ਕੋਈ ਟਰਾਲੀ ਦੇ ਵਿੱਚ 4 ਬੰਦੇ ਘਟ ਗਏ ਉਹ ਦੁਬਾਰਾ ਵਾਪਸ ਆਉਣ। ਉਸੇ ਤਰ੍ਹਾਂ ਦੀਆਂ ਜੇ ਬਹਾਰਾਂ ਕਿਤੇ ਘਟਦੀ ਹੈ, ਹੈਗੀਆਂ ਨੇ ਉੱਥੇ, ਪਰ ਜੇ ਕਿਤੇ ਘਟਦੀ ਹੈ ਤਾਂ ਆਓ ਆਉਣ ਵਾਲੇ ਗਰਮੀ ਦੇ ਦਿਨਾਂ ਦਾ ਉਸੇ ਤਰ੍ਹਾਂ ਦਾ ਸਬਰ ਦਿਖਾਈਏ ਜੋ ਸਿਆਲਾਂ 'ਚ ਦਿਖਾਇਆ ਅਸੀਂ, ਔਰ ਸਾਨੂੰ ਦੁਬਾਰਾ ਉਸ ਲੈਵਲ ਤੇ ਐਜੀਟੇਸ਼ਨ ਜਿਹੜਾ ਹੈ ਉਹ ਰੱਖਣਾ ਹੀ ਪੈਣਾ ਹੈ। ਔਰ ਨੋ ਡਾਊਟ ਜੇ ਤੁਸੀਂ ਤਾਰੀਫ ਦੇ ਕਾਬਲ ਨੇ ਟਿੱਕਰੀ ਦੇ ਵਿੱਚ ਜਿਹੜੇ ਬੈਠੇ ਲੋਕ ਹੈ, ਉਹਨਾਂ ਦੀ ਕਵਰੇਜ ਵੀ ਘੱਟ ਹੋਈ, ਉਹ ਆਪਦੀ ਲੜਾਈ ਲੜੀ ਹੈ ਉਹਨਾਂ ਨੇ, ਉਹ ਆਪਦੇ ਤਰੀਕੇ ਦੇ ਨਾਲ ਬੜੀ ਖੂਬਸੂਰਤ ਲੜਾਈ ਹੈ। ਤੁਸੀਂ ਬਹੁਤ ਗਏ ਹੋ, ਮੈਂ ਘੱਟ ਗਿਆ ਉੱਥੇ, ਤੁਸੀਂ ਜ਼ਿਆਦਾ ਗਏ ਹੋ, ਔਰ ਉਹ ਲੋਕ ਬਹੁਤ ਕਮਾਲ ਦੇ ਤਰੀਕੇ ਨਾਲ ਉੱਥੇ ਬੈਠੇ ਨੇ। ਡਿਸਪਲਿਨ ਪੂਰਾ ਹੈ, ਡਿਸਪਲਿਨ ਪੂਰਾ ਹੈ, ਉੱਥੇ ਇੱਕ ਬੰਦਾ ਨਹੀਂ ਘਟਿਆ। ਜੇ ਸਿੰਘੂ ਤੇ 2 ਬੰਦੇ ਟਰਾਲੀਆਂ 'ਚ ਘਟ ਗਏ ਸੀ ਤਾਂ ਰੌਲਾ ਪਾਤਾ, ਕਿਸੇ ਨੇ ਦੱਸਿਆ ਨਹੀਂ ਵੀ ਟਿੱਕਰੀ ਤੇ ਜਾਓ, ਟਿੱਕਰੀ ਇੱਕ ਬੰਦਾ ਨਹੀਂ ਘਟਿਆ। ਉਹ ਜਥੇਬੰਦੀਆਂ ਦਾ ਜੋ ਡਿਸਪਲਿਨ ਰਿਹਾ, ਉਗਰਾਹਾਂ ਦੀ ਜਥੇਬੰਦੀ ਹੋਵੇ, ਉੱਥੇ ਬਾਕੀ ਜਥੇਬੰਦੀਆਂ ਵੀ ਹੈਗੀਆਂ। ਦੂਜੀ ਸਟੇਜ ਜਿਹੜੀ ਲੱਗਦੀ ਹੈ ਉਹਦੇ 'ਚ ਮੇਰੇ ਖਿਆਲ ਕਾਦੀਆਂ ਦੇ ਵੀ ਨੇ ਔਰ ਡਕੌਂਦਾ ਵੀ ਨੇ, ਉਹਨਾਂ ਦਾ ਕਮਾਲ ਦਾ ਡਿਸਪਲਿਨ ਹੈ ਉਹਨਾਂ ਦਾ, ਔਰ ਇੱਕ ਦਿਨ ਉੱਥੇ ਜਿਹੜੀ એનર્ਜੀ ਨਹੀਂ ਘਟੀ। ਉਹਨਾਂ ਦਾ ਜਿਹੜਾ ਸਟਾਈਲ ਹੈ ਐਜੀਟੇਸ਼ਨ ਲੜਨ ਦਾ, ਸਾਨੂੰ ਸਿੱਖਣਾ ਚਾਹੀਦਾ। ਹਰ ਗੱਲ ਦੇ ਉੱਤੇ ਨੈਗੇਟਿਵਿਟੀ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇੱਕ ਦੂਜੇ ਦੇ ਉੱਤੇ ਸਾਰੀ ਦਿਹਾੜੀ ਬੋਲ ਕੇ ਨੈਗੇਟਿਵ ਹੋ ਰਹੇ ਹੋ। ਤੁਸੀਂ ਦੁਬਾਰਾ ਪੋਸਟਾਂ ਪਾਉਣੀਆਂ ਸ਼ੁਰੂ ਕਰੋ ਜੀ, ਸੌਂ ਖਾਓ ਕਿ ਅਸੀਂ ਨੈਗੇਟਿਵ ਪੋਸਟ ਨਹੀਂ ਪਾਵਾਂਗੇ, ਅਸੀਂ ਇੱਕ ਦੂਜੇ ਦੇ ਖਿਲਾਫ ਨਹੀਂ ਲੜਾਂਗੇ। ਜੇ ਕੋਈ ਗਲਤ ਹੈ ਉਹਦੇ ਖਿਲਾਫ ਜ਼ਰੂਰ ਬੋਲੋ, ਮੈਂ ਨਹੀਂ ਕਹਿੰਦਾ ਨਾ ਬੋਲੋ, ਭਾਵੇਂ ਉਹ ਆਗੂ ਨੇ, ਭਾਵੇਂ ਦੀਪ ਲੱਖਾ, ਕੋਈ ਵੀ ਹੋਵੇ, ਜਿੱਥੇ ਗਲਤੀ ਦਿਸਦੀ ਹੈ ਬੋਲੋ। ਪਰ ਮੱਕੜ ਸਾਹਿਬ ਇੱਥੇ ਇੱਕ ਹੋਰ ਵੀ ਚੀਜ਼ ਸਮਝਣਾ ਚਾਹੁੰਦੀ ਹਾਂ ਕਿ ਜਦੋਂ ਪਤਾ ਸੀਗਾ ਕਿ ਅਸੀਂ ਹੁਣ ਦਿੱਲੀ ਵੱਲ ਨੂੰ ਗਏ ਹਾਂ ਤੇ ਬਿਨਾਂ ਸ਼ੱਕ ਸਭ ਇਸ ਚੀਜ਼ ਵੱਲ ਧਿਆਨ ਦਿਵਾਉਣਾ ਚਾਹ ਰਹੇ ਸੀ ਵੀ ਕੇਂਦਰ ਦੇ ਨਾਲ ਲੜਾਈ ਆ, ਕੋਈ ਛੋਟੀ ਮੋਟੀ ਚੀਜ਼ ਨਹੀਂ, ਔਰ ਸਰਕਾਰ ਨੂੰ ਤਾਂ ਆਪਣੀ ਤਾਕਤ ਦਾ ਇੱਕ ਘਮੰਡ ਬੜਾ ਹੁੰਦਾ ਹੈ, ਖਾਸ ਤੌਰ ਤੇ ਜਦੋਂ ਉਹਨੇ ਨੈਗੇਟਿਵ ਹਰਬੇ ਵਰਤਨੇ ਹੋਣ। ਫਿਰ ਜਦੋਂ ਸਾਡੇ ਚਾਹੇ ਉਹ ਨਵਰੀਤ ਦਾ ਮਾਮਲਾ ਹੋਇਆ, ਚਾਹੇ ਨੌਜਵਾਨਾਂ ਨੂੰ ਲਾਪਤਾ ਕਰਨ ਦਾ ਮਾਮਲਾ ਹੋਇਆ, ਉਹਦੇ ਉੱਤੇ ਕਨਫਿਊਜ਼ਨ ਵਾਲੇ ਬਿਆਨ ਕਿਉਂ? ਕਿਸਾਨ ਆਗੂ ਤਾਂ ਇੱਕ ਆ, 31 ਜਥੇਬੰਦੀਆਂ ਇੱਕ ਆ, ਉਹਨਾਂ ਚੀਜ਼ਾਂ ਨੇ ਲੋਕਾਂ ਦੇ ਵਿੱਚ ਜ਼ਿਆਦਾ ਨਿਰਾਸ਼ਾ ਫੈਲਾਈ ਕਿ ਫਲਾਣੇ ਸਾਡੇ ਆ, ਫਲਾਣੇ ਸਾਡੇ ਨਹੀਂ, ਫਲਾਣੇ ਨੂੰ ਬਚਾ ਲਓ, ਫਲਾਣੇ ਨੂੰ ਨਾ ਬਚਾਓ। ਜਿਹੜੀ ਖਾਸ ਤੌਰ ਤੇ ਲਾਪਤਾ ਹੋਏ ਨੌਜਵਾਨਾਂ ਨੂੰ ਹਜੇ ਤੱਕ ਵੀ ਇਹ ਚੀਜ਼ਾਂ ਹੋ ਰਹੀਆਂ, ਕੋਈ ਕਹਿ ਰਿਹਾ ਕਿ ਅਸੀਂ ਕਰਵਾ ਰਹੇ ਹਾਂ, ਫਲਾਣਾ ਬੰਦਾ ਫੋਟੋ ਖਿਚਾਉਣ ਜਾ ਰਿਹਾ। ਇਹ ਚੀਜ਼ਾਂ ਨਹੀਂ ਰੁਕਣੀਆਂ ਚਾਹੀਦੀਆਂ ਕਿਉਂਕਿ ਇਹਦਾ ਲੋਕਾਂ ਦੇ ਵਿੱਚ ਕੋਈ ਚੰਗਾ ਪ੍ਰਭਾਵ ਨਹੀਂ ਜਾਂਦਾ। ਦੇਖੋ ਸਰਕਾਰ ਨੇ ਤਾਂ ਆਪਦੇ ਹੀਲੇ ਨਾ ਰਮਨ, ਕੱਲ ਆਪਾਂ ਦਿਖਾ ਰਹੇ ਸੀ ਦਰਸ਼ਕਾਂ ਨੂੰ, ਮ੍ਰਿਤਕ ਕਿਸਾਨ ਦੇ ਘਰ ਨੋਟਿਸ ਭੇਜਤਾ ਜੀ, ਜਾਂ ਤਾਂ ਫਿਰ ਉਹ ਕੋਈ ਨਾ ਕੋਈ ਪੁਲਿਸ ਦਾ ਅਫਸਰ ਚੜ੍ਹਾਈ ਕਰੇ ਉੱਤੇ ਜਾ ਕੇ
ਤੇ ਉਹ ਜਗੀਰ ਸਿੰਘ ਹੋਣਾ ਤੋਂ ਪੁੱਛ ਲੇ ਵੀ ਭਾਈ ਤੁਸੀਂ ਗਏ ਸੀ ਕਿ ਨਹੀਂ ਗਏ ਸੀਗੇ, ਤੇ ਫਿਰ ਪੁਨਰ ਜਨਮ ਲੈ ਕੇ ਵਾਪਸ ਆ ਕੇ ਤੇ ਭਰਤੀ ਹੋ ਕੇ ਦੱਸ ਦੇ ਵੀ ਮੈਂ ਆਪਦੀ ਇਨਵੈਸਟੀਗੇਸ਼ਨ ਕਰ ਆਇਆ ਜਾ ਕੇ। ਸਰਕਾਰ ਦਾ ਤਾਂ ਆਹ ਹਾਲ ਹੈ, ਪੁਲਿਸ ਦਾ ਤਾਂ ਆਹ ਹਾਲ ਹੈ, ਉਹਨਾਂ ਤੋਂ ਤਾਂ ਕੀ ਉਮੀਦ ਕਰੋਗੇ? ਨੌਜਵਾਨਾਂ ਨੂੰ ਕੁੱਟਿਆ ਮਾਰਿਆ, ਬੇਫਜ਼ੂਲ ਚੱਕਿਆ, ਰਾਤਾਂ ਦੇ ਵਿੱਚ ਉਹਨਾਂ ਨੂੰ ਰੱਖਿਆ, ਮੁੰਡੇ ਸਾਡੇ ਲਾਪਤਾ ਹੋਏ। ਪਰ ਇਹ ਸਾਰੇ ਦੇ ਵਿੱਚ ਡੀਐਸਜੀਐਮਸੀ ਨੇ ਚੰਗਾ ਕੰਮ ਕੀਤਾ, ਮਨਜਿੰਦਰ ਸਰਸਾ ਹੋਣਾ ਨੇ ਮਿਹਨਤ ਕੀਤੀ। ਨੌਦੀਪ ਦਾ ਇਸ਼ੂ ਉੱਠਿਆ ਤਾਂ ਨੌਦੀਪ ਨੂੰ ਵੀ ਰਿਹਾ ਕਰਾ ਲਿਆ, ਸ਼ਿਵ ਕੁਮਾਰ ਨੂੰ ਵੀ ਬਾਅਦ ਦੇ ਵਿੱਚ ਬੇਲ ਹੋਈ, ਉਹ ਵੀ ਬਾਹਰ ਆਏ। ਇਹ ਪੋਜ਼ਿਟਿਵਸ ਨੇ ਇਹਦੇ ਵਿੱਚ, ਤੁਸੀਂ ਦੇਖੋ ਇਹ ਸਾਰੇ ਪੋਜ਼ਿਟਿਵਸ ਨੂੰ ਨਾਲ ਲੈ ਕੇ ਚੱਲਣਾ ਪੈਣਾ ਹੈ। ਮਨਜਿੰਦਰ ਸਿੰਘ ਸਰਸਾ ਅਕਾਲੀ ਦਲ ਦੇ ਨਾਲ ਸੰਬੰਧਤ ਨੇ ਤੇ ਅਕਾਲੀ ਦਲ ਉੱਥੇ ਜਾਣ ਤੋਂ ਵੱਡਾ ਲੀਡਰ ਕੋਈ ਨਹੀਂ ਗਿਆ ਉਸ ਸੰਘਰਸ਼ ਦੇ ਵਿੱਚ, ਬਹੁਤ ਵੱਡਾ ਲੀਡਰ, ਕਿਉਂਕਿ ਸਿਆਸਤ ਉੱਥੇ ਅਲਾਉਡ ਨਹੀਂ ਸੀਗੀ। ਲੋਕਾਂ ਨੇ ਐਕਸੈਪਟ ਨਹੀਂ ਕੀਤਾ ਕਿ ਕੋਈ ਸਿਆਸਤਦਾਨ ਆ ਕੇ ਇੱਥੇ ਸਿਆਸਤ ਘੋਟੇ। ਆ ਤਾਂ ਸੰਘਰਸ਼ ਦਾ ਲੈਵਲ ਆ ਸੀਗਾ। ਫਿਰ ਵੀ ਉਸ ਹਾਲਾਤਾਂ ਦੇ ਵਿੱਚ ਉਸ ਬੰਦੇ ਨੇ ਥਾਂ ਬਣਾ ਲਈ ਤਾਂ ਲੋਕਾਂ ਨੇ ਕਿਹਾ ਕਿ ਠੀਕ ਹੈ ਯਾਰ, ਜੇ ਚੰਗਾ ਕਰੋਗੇ ਤਾਂ ਆ ਜਾਓ। ਅਰਵਿੰਦ ਕੇਜਰੀਵਾਲ ਜਾ ਕੇ ਆਏ ਨਾ, ਲੋਕਾਂ ਨੇ ਕਿਹਾ ਕੋਈ ਨਹੀਂ, ਚੰਗਾ ਕਰੋਗੇ ਆ ਜਾਓ। ਲੋਕ ਇਸ ਲੈਵਲ ਤੱਕ ਤੁਹਾਨੂੰ ਜਿਹੜਾ ਉਹ ਫਲੈਕਸੀਬਿਲਿਟੀ ਦੇ ਰਹੇ ਹੈ ਕਿ ਜੇ ਸਾਡੀ ਗੱਲ ਕਰੋਗੇ ਅਸੀਂ ਤੁਹਾਨੂੰ ਮਾਫ ਕਰਦੇ ਆ, ਤੁਹਾਡੇ ਪਿਛਲੇ ਕਾਰਜ ਜੋ ਆ ਜਾਓ ਸਾਡੇ ਨਾਲ ਜੁੜੋ। ਪਰ ਪ੍ਰੋਬਲਮ ਇਹ ਹੈ, ਨਵਰੀਤ ਨੂੰ ਲੈ ਕੇ ਜਿਸ ਤਰ੍ਹਾਂ ਦੇ ਬਿਆਨ ਦਿੱਤੇ ਗਏ ਉਹ ਅਫਸੋਸਨਾਕ ਹੈ, ਬਹੁਤ ਮਾੜੇ ਬਿਆਨ ਦਿੱਤੇ ਗਏ। ਮੈਨੂੰ ਲੱਗਦਾ ਬਾਅਦ ਚ ਰਿਅਲਾਈਜ਼ ਵੀ ਹੋਇਆ ਹੋਣਾ, ਜਿਸ ਤਰ੍ਹਾਂ ਵੀ ਹੋਇਆ, ਜੋ ਵੀ ਹੋਇਆ, ਔਰ ਜਿਸ ਪਰਿਵਾਰ ਦਾ ਉਹ ਬੱਚਾ ਸੀ। ਤੁਸੀਂ ਇਹ ਦੇਖੋ ਰਮਨ ਕਿ ਤੁਸੀਂ ਬਾਅਦ ਦੇ ਵਿੱਚ 100 ਸਵਾਲ ਕਰ ਸਕਦੇ ਸੀ, ਕੋਈ ਹੋਰ ਹੁੰਦਾ ਬੜੇ ਦੋਸ਼ ਲਾ ਸਕਦੇ ਸੀਗੇ ਜੀ ਇਹ ਤਾਂ ਚਾਲ ਸੀ ਜੀ, ਫਲਾਨਾ ਸੀ। ਡਿਬਡਿਬਾ ਸਾਹਿਬ ਦੇ ਉੱਤੇ ਕੋਈ ਕੁਐਸਚਨ ਹੀ ਨਹੀਂ ਹੈ, ਉਹਨਾਂ ਨੇ ਆਪਦਾ ਜੀਵਨ ਸਮਰਪਿਤ ਕੀਤਾ ਹੈ ਕੌਮ ਦੇ ਨਾਂ ਤੇ। ਤਾਂ ਜਿਸ ਪਰਿਵਾਰ ਦਾ ਉਹ ਬੱਚਾ ਸੀਗਾ, ਉਸ ਤੋਂ ਬਾਅਦ ਉਹਦੀ ਸ਼ਹਾਦਤ ਨੂੰ ਸ਼ਹਾਦਤ ਨਹੀਂ ਮੰਨਿਆ ਗਿਆ ਔਰ ਬਹੁਤ ਸਾਰੇ ਬਿਆਨ ਐਸੇ ਆਏ। ਲੇਕਿਨ ਮੈਨੂੰ ਲੱਗਦਾ ਉਹ ਰਿਅਲਾਈਜ਼ ਹੋਣਗੇ। ਕੱਲ ਸੁਖਪਾਲ ਸਿੰਘ ਖਹਿਰਾ ਨੇ ਸਦਨ ਦੇ ਵਿੱਚ ਵੀ ਮੁੱਦਾ ਉਠਾਇਆ ਜਦੋਂ ਸਰਕਾਰ ਨੇ ਮਤਾ ਲੈ ਕੇ ਆਂਦਾ ਜਿਹੜਾ ਨਿੰਦਾ ਦਾ ਔਰ ਜਿਹੜਾ ਉਹ ਸ਼ਹਾਦਤਾਂ, ਹਾਂ, ਤਾਂ ਮੈਨੂੰ ਲੱਗਦਾ ਕਿ ਉਹਦੇ ਚ ਬਾਅਦ ਚ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਵਿੱਚ ਨਵਰੀਤ ਦਾ ਨਾਮ ਵੀ ਸ਼ਾਮਲ ਕੀਤਾ ਜਾਵੇ। ਮਕਰ ਸਾਹਿਬ, ਜਿੱਥੇ ਨੌਜਵਾਨਾਂ ਨੂੰ ਟਾਰਗੇਟ ਕੀਤਾ ਗਿਆ, ਚਾਹੇ ਉਹ ਕਿਸੇ ਵੱਲੋਂ ਵੀ ਕੀਤਾ ਗਿਆ ਹੋਵੇ, ਜਿਹੜਾ ਕਿਸਾਨ ਯੁਵਾ ਦਿਵਸ ਮਨਾਇਆ ਗਿਆ ਖਾਸ ਤੌਰ ਤੇ ਕੁੰਡਲੀ ਬਾਰਡਰ ਦੇ ਉੱਤੇ, ਉਸ ਦਿਨ ਪੂਰੇ ਦਾ ਪੂਰਾ ਨੌਜਵਾਨ ਨੇ ਸਮਰਪਿਤ ਹੀ ਇਸ ਚੀਜ਼ ਨੂੰ ਕੀਤਾ। ਉਹਨਾਂ ਦੀ ਮੰਗ ਹੀ ਇਹ ਸੀ ਔਰ ਦੋਨਾਂ ਸਟੇਜਾਂ ਤੇ ਮੰਗ ਹੀ ਉਹ ਲੈ ਕੇ ਗਏ ਨਵਦੀਪ ਹੋਰੀ ਔਰ ਹੋਰ ਵੀ ਜਿਹੜੇ ਨੌਜਵਾਨ ਸੀਗੇ ਕਿ ਇਹਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਔਰ ਸਟੇਜ ਦੇ ਉੱਤੇ ਨਵਰੀਤ ਨੂੰ ਸੰਬੰਧਿਤ ਕੋਈ ਖਾਸ ਜਿਹੜਾ ਪ੍ਰੋਗਰਾਮ ਜ਼ਰੂਰ ਉਲੀਕਿਆ ਜਾਣਾ ਚਾਹੀਦਾ। ਸੋ ਨੌਜਵਾਨਾਂ ਦੀਆਂ ਜਿਹੜੀਆਂ ਪੋਜ਼ਿਟਿਵ ਕੋਸ਼ਿਸ਼ਾਂ ਵੀ ਲਗਾਤਾਰ ਜਿਹੜੀਆਂ ਸਾਹਮਣੇ ਆ ਰਹੀਆਂ ਨੇ। ਮੈਨੂੰ ਲੱਗਦਾ ਰਮਨ ਸਾਨੂੰ ਸਮ ਅਪ ਕਰਨਾ ਚਾਹੀਦਾ ਹੈ ਕਹਿ ਕੇ ਕਿ ਸਭ ਹੋਊਗਾ ਔਰ ਬਹੁਤ ਪੋਜ਼ਿਟਿਵਲੀ ਹੋਊਗਾ। ਜੀ, ਸ਼ੁਕਰੀਆ ਗੱਲਬਾਤ ਕਰਨ ਦੇ ਲਈ। ਸੋ ਅੱਜ ਦੇ ਪ੍ਰੋਗਰਾਮ 'ਚ ਇੰਨਾ ਹੀ, ਫਿਰ ਜੁੜਦੇ ਹਾਂ, ਦੇਖਦੇ ਰਹੋ ਔਨ ਏਅਰ।